ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਸਟਾਰ ਟੀਵੀ। ਮੈਂ ਸੁਖਪਾਲ ਸਿੰਘ ਔਲਖ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਪੰਜਾਬ ਡਿਸਕਸ਼ਨ। ਜਦੋਂ ਅਸੀਂ ਇਹ ਪ੍ਰੋਗਰਾਮ ਤੁਹਾਡੇ ਰੂਬਰੂ ਕਰ ਰਹੇ ਹਾਂ, ਇਸ ਵਕਤ ਪੰਜਾਬ ਵਿੱਚ ਬੇਹੱਦ ਸਰਗਰਮੀ ਵਾਲਾ ਮਾਹੌਲ ਹੈ। ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ ਅਤੇ ਹੁਣੇ ਤਾਜ਼ਾ ਜੋ ਜਾਣਕਾਰੀ ਪ੍ਰਾਪਤ ਹੋਈ ਹੈ ਉਸ ਮੁਤਾਬਕ ਲੋਕ ਸਭਾ ਵਿੱਚ ਖੇਤੀ ਬਿੱਲ ਪਾਸ ਵੀ ਹੋ ਚੁੱਕਿਆ ਔਰ ਇਹ ਸਿਰਫ ਜ਼ਬਾਨੀ ਵੋਟਿੰਗ ਕਰਾਈ ਗਈ ਸੀ ਔਰ ਲਗਭਗ ਇਹ ਗੱਲ ਸਪਸ਼ਟ ਸੀ ਕਿ ਸੱਤਾਧਾਰੀ ਧਿਰ ਕੋਲ ਬਹੁਮਤ ਹੋਣ ਕਰਕੇ ਇਹ ਬਿੱਲ ਆਸਾਨੀ ਨਾਲ ਪਾਸ ਹੋ ਜਾਵੇਗਾ ਔਰ ਕਿਸਾਨਾਂ ਦੇ ਵਿਰੋਧ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਅਤੇ ਇਸੇ ਦਰਮਿਆਨ ਪੰਜਾਬ ਦੀ ਸਿਆਸਤ ਨਾਲ ਵੱਡੀ ਖਬਰ ਜੋ ਜੁੜੀ ਹੋਈ ਹੈ ਉਹ ਪੰਜਾਬ ਤੋਂ ਆ ਰਹੀ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਅਸਤੀਫਾ ਦੇ ਦਿੱਤਾ। ਬੀਤੇ ਦਿਨ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣਾ ਵਿਰੋਧ ਪਾਰਲੀਮੈਂਟ ਵਿੱਚ ਦਰਜ ਕਰਾਇਆ ਸੀ ਔਰ ਅੱਜ ਸਵੇਰੇ ਸੁਖਬੀਰ ਸਿੰਘ ਬਾਦਲ ਨੇ ਵੀ ਜੋ ਬਿਆਨ ਦਿੱਤਾ ਸੀ ਪਾਰਲੀਮੈਂਟ ਵਿੱਚ ਕਿ ਜੇ ਬਿੱਲ ਪਾਸ ਹੁੰਦਾ ਤਾਂ ਹਰਸਿਮਰਤ ਕੌਰ ਬਾਦਲ ਅਸਤੀਫਾ ਦੇ ਦੇਣਗੇ। ਅਤੇ ਹੁਣ ਬਿੱਲ ਪਾਸ ਹੋਣ ਤੋਂ ਬਾਅਦ ਇੱਕ ਅਕਾਲੀ ਦਲ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾ ਰਹੀ ਹੈ, ਉਸ ਦੇ ਪੱਖ ਵੀ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ। ਪਰ ਹਾਲ ਦੀ ਘੜੀ ਕਿਸਾਨਾਂ ਲਈ ਇਹ ਵੱਡਾ ਝਟਕਾ ਹੈ। ਪੰਜਾਬ ਦੇ ਕਿਸਾਨ, ਹਰਿਆਣਾ ਦੇ ਕਿਸਾਨ ਜੋ ਬੀਤੇ ਲਗਭਗ ਇੱਕ ਹਫ਼ਤੇ ਤੋਂ ਸੜਕਾਂ 'ਤੇ ਉਤਰੇ ਹੋਏ ਸੀ ਔਰ ਕਈ ਨੈਸ਼ਨਲ ਹਾਈਵੇ ਜਾਮ ਕੀਤੇ ਹੋਏ ਸੀ, ਉਸ ਦੇ ਬਾਵਜੂਦ ਅੱਜ ਲੋਕ ਸਭਾ 'ਚ ਖੇਤੀ ਬਿੱਲ ਪਾਸ ਹੋ ਗਏ ਨੇ। ਹੁਣ ਇਸ ਮਾਮਲੇ 'ਤੇ ਅਕਾਲੀ ਦਲ ਨੇ ਯੂ ਟਰਨ ਲਿਆ ਕਿਉਂਕਿ ਲਗਭਗ ਜੂਨ ਤੋਂ ਇਹ ਖੇਤੀ ਆਰਡੀਨੈਂਸ ਬਿੱਲ ਹੈ ਉਹ ਖਬਰਾਂ 'ਚ ਗੂੰਜ ਰਹੇ ਸੀ ਜੋ ਅੱਜ ਪਾਸ ਹੋਏ ਹੈ। ਪਹਿਲਾਂ ਅਕਾਲੀ ਦਲ ਨੇ ਇਹਨਾਂ ਬਿੱਲਾਂ ਦੀ ਸਪੋਰਟ ਕੀਤੀ ਸੀ। ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਲਗਭਗ 10 ਕੁ ਦਿਨ ਪਹਿਲਾਂ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਇਹ ਖੇਤੀ ਬਿੱਲਾਂ ਨੂੰ, ਆਰਡੀਨੈਂਸਾਂ ਨੂੰ ਬਿਲਕੁਲ ਜਾਇਜ਼ ਕਰਾਰ ਦਿੱਤਾ ਸੀ ਔਰ ਕਿਹਾ ਸੀ ਕਿ ਇਹਨਾਂ ਬਿੱਲਾਂ ਬਾਰੇ ਕਾਂਗਰਸ ਅਤੇ ਪੰਜਾਬ ਸਰਕਾਰ ਗੁੰਮਰਾਹਕੁੰਨ ਪ੍ਰਚਾਰ ਕਰ ਰਹੀ ਹੈ। ਪਰ ਹੁਣ ਅਕਾਲੀ ਦਲ ਨੇ ਇਸ ਮਾਮਲੇ 'ਤੇ ਯੂ ਟਰਨ ਲੈਂਦਿਆਂ ਪਾਰਲੀਮੈਂਟ 'ਚ ਆਪਣਾ ਵਿਰੋਧ ਦਰਜ ਕਰਾਇਆ ਔਰ ਜੋ ਵੱਡੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸੀਗੀਆਂ ਕਿ ਹਰਸਿਮਰਤ ਬਾਦਲ ਅਸਤੀਫਾ ਦੇਣਗੇ ਜਾਂ ਨਹੀਂ, ਤਾਂ ਉਹ ਗੱਲ ਬਿਲਕੁਲ ਸਪਸ਼ਟ ਹੋ ਗਈ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣਾ ਅਹੁਦਾ ਛੱਡ ਦਿੱਤਾ। ਹੁਣ ਉਹ ਕੇਂਦਰੀ ਮੰਤਰੀ ਮੰਡਲ ਦਾ ਹਿੱਸਾ ਨਹੀਂ ਰਹੇ। ਇਸ ਤੋਂ ਪਹਿਲਾਂ ਭਗਵੰਤ ਮਾਨ ਨੇ ਵੀ ਇਹਨਾਂ ਬਿੱਲਾਂ ਨੂੰ ਲੈ ਕੇ ਆਪਣਾ ਵਿਰੋਧ ਦਰਜ ਕਰਾਇਆ ਸੀ ਸੁਖਬੀਰ ਬਾਦਲ, ਅਤੇ ਉਹਨਾਂ ਨੇ ਗੁੰਮਰਾਹ ਕਰਨ ਦੇ ਇਲਜ਼ਾਮ ਲਾਏ ਸੀ ਕਿ ਇਸ ਬਿੱਲ ਬਾਰੇ ਪਾਰਲੀਮੈਂਟ 'ਚ ਅਜੇ ਤੱਕ ਕੋਈ ਵੋਟਿੰਗ ਨਹੀਂ ਹੋਈ। ਪਰ ਉਹ ਵੋਟਿੰਗ ਅੱਜ ਹੋ ਚੁੱਕੀ ਹੈ। ਪਰ ਇਹ ਜੇ ਵੋਟਿੰਗ ਹੈ ਇਹ ਜ਼ੁਬਾਨੀ ਹੋਈ ਹੈ, ਇਹ ਕੋਈ ਡਿਵੀਜ਼ਨ ਵੋਟਿੰਗ 1 ਬਾਈ 1 ਨਹੀਂ ਹੋਈ। ਸਿਰਫ ਜ਼ੁਬਾਨੀ ਵੋਟਿੰਗ ਸਪੀਕਰ ਵੱਲੋਂ ਕਰਾਈ ਗਈ ਕਿ ਕਿੰਨੇ ਮੈਂਬਰ ਇਸ ਬਿੱਲ ਦੇ ਪੱਖ 'ਚ ਨੇ, ਕਿੰਨੇ ਵਿਰੋਧ 'ਚ ਨੇ। ਤਾਂ ਇਹ ਸੁਭਾਵਿਕ ਸੀ ਕਿ ਜੇ ਭਾਜਪਾ ਕੋਲ ਬਹੁਮਤ ਹੈ ਤਾਂ ਜ਼ੁਬਾਨੀ ਤੌਰ 'ਤੇ ਇਹ ਬਿੱਲ ਲੋਕ ਸਭਾ 'ਚ ਪਾਸ ਹੋ ਗਿਆ। ਇਸ ਬਹਿਸ ਵਿੱਚ ਪੰਜਾਬ ਤੋਂ ਕਈ MP ਸਾਹਿਬਾਨ ਨੇ ਆਪਣਾ ਵਿਰੋਧ ਦਰਜ ਕਰਾਇਆ। ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਇਸ ਮਾਮਲੇ 'ਤੇ ਖੁੱਲ੍ਹ ਕੇ ਬੋਲੇ ਆ। ਆਪਣੀ ਲੰਬੀ ਤਕਰੀਰ 'ਚ ਉਹਨਾਂ ਨੇ ਵੱਖ-ਵੱਖ ਪੱਖ ਰੱਖੇ ਆ। ਪੰਜਾਬ ਦਾ ਪੱਖ, ਕਿਸਾਨਾਂ ਦਾ ਪੱਖ ਰੱਖਿਆ। ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਜੋ ਔਜਲਾ ਨੇ ਉਹਨਾਂ ਨੇ ਵੀ ਆਪਣਾ ਪੱਖ ਰੱਖਿਆ। ਅਤੇ ਭਗਵੰਤ ਮਾਨ ਨੇ ਪਹਿਲਾਂ ਇਹ ਦਾਅਵਾ ਕੀਤਾ ਸੀ ਕਿ ਇਸ ਮਾਮਲੇ 'ਤੇ ਕੋਈ ਵੋਟਿੰਗ ਨਹੀਂ ਹੋਈ, ਜਿਸ ਦਿਨ ਸੁਖਬੀਰ ਬਾਦਲ ਨੇ ਬੀਤੇ ਦਿਨ ਬਾਹਰ ਆ ਕੇ ਕਹਿਤਾ ਸੀ ਕਿ ਵੋਟਿੰਗ ਹੋ ਚੁੱਕੀ ਹੈ, ਆਪ 'ਤੇ ਭੱਜਣ ਦੇ ਇਲਜ਼ਾਮ ਲਾਤੇ ਸੀ। ਪਰ ਹੁਣ ਇਹ ਸਾਰੀ ਸਥਿਤੀ ਲਗਭਗ ਸਪਸ਼ਟ ਨਜ਼ਰ ਹੁੰਦੀ ਆ ਰਹੀ ਹੈ ਕਿ ਇਸ ਮਾਮਲੇ 'ਤੇ ਜੋ ਜ਼ੁਬਾਨੀ ਵੋਟਿੰਗ ਹੋ ਚੁੱਕੀ ਹੈ, ਲੋਕ ਸਭਾ ਚੈਨਲ ਵੱਲੋਂ ਸਿੱਧਾ ਪ੍ਰਸਾਰਨ ਕੀਤਾ ਗਿਆ ਸੀ। ਇਸ ਬਿੱਲ 'ਤੇ ਜੋ ਵੀ ਬਹਿਸ ਹੋਈ, ਵਿਚਾਰ ਚਰਚਾ ਹੋਈ, ਕਾਂਗਰਸ ਵੱਲੋਂ ਵਿਰੋਧ ਕੀਤਾ ਗਿਆ, MSP ਨੂੰ ਲੈ ਕੇ ਵੱਡੇ ਸਵਾਲ ਉਠਾਏ ਗਏ ਔਰ ਕਿਸਾਨਾਂ ਦੇ ਵਿਰੋਧ ਦੀ ਗੱਲ ਹੋਈ। ਪੰਜਾਬ ਦੇ ਕਿਸਾਨਾਂ ਦਾ ਵਿਸ਼ੇਸ਼ ਤੌਰ 'ਤੇ ਵੱਖ-ਵੱਖ ਆਗੂਆਂ ਵੱਲੋਂ ਜ਼ਿਕਰ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਇਸ ਬਿੱਲ ਦਾ ਵਿਰੋਧ ਕੀਤਾ ਗਿਆ ਔਰ ਦਿਲਚਸਪ ਗੱਲ ਇਹ ਰਹੀ ਕਿ ਜਦੋਂ ਇਹ ਬਿੱਲ ਜ਼ੁਬਾਨੀ ਪਾਸ ਕੀਤਾ ਗਿਆ ਤਾਂ ਅਕਾਲੀ ਦਲ ਦੇ 2 MP ਨੇ, ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ, ਦੋਨੇ ਉੱਥੇ ਮੌਜੂਦ ਸੀ ਅਤੇ ਉਹਨਾਂ ਦੇ ਵਿਰੋਧ ਦੇ ਬਾਵਜੂਦ ਇਹ ਬਿੱਲ ਪਾਸ ਹੋ ਗਿਆ। ਅਤੇ ਕਿਤੇ ਨਾ ਕਿਤੇ ਅਕਾਲੀ ਦਲ ਲਈ ਵੀ ਇਹ ਵੱਡਾ ਝਟਕਾ ਹੈ ਅਤੇ ਭਾਜਪਾ ਲਈ ਝਟਕਾ ਇਸ ਗੱਲ ਦਾ ਕਿ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਮੰਡਲ ਤੋਂ ਬਾਹਰ ਹੋ ਗਏ ਨੇ ਔਰ ਕੈਪਟਨ ਅਮਰਿੰਦਰ ਸਿੰਘ ਦੀ ਇਸ ਮਾਮਲੇ 'ਤੇ ਜੋ ਤਾਜ਼ੀ ਪ੍ਰਕਿਰਿਆ ਸਾਹਮਣੇ ਆਈ ਹੈ, ਉਹਨਾਂ ਦਾ ਕਹਿਣਾ ਕਿ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਇੱਕ ਅਕਾਲੀ ਦਲ ਦਾ ਸਿਰਫ ਡਰਾਮਾ ਹੈ। ਅਕਾਲੀ ਦਲ ਪਹਿਲਾਂ ਵੀ ਡਰਾਮੇ ਕਰਦਾ ਆਇਆ, ਉਸ ਡਰਾਮੇ ਦੀ ਸੂਚੀ ਦਾ ਇੱਕ ਹਿੱਸਾ ਬਣਿਆ। ਉਹਨਾਂ ਕਿਹਾ ਕਿ ਇਹ ਜੋ ਕਦਮ ਹੈ ਇਹ ਬੇਹੱਦ ਦੇਰੀ ਨਾਲ ਪੁੱਟਿਆ ਗਿਆ ਕਦਮ ਹੈ, ਹੁਣ ਕਾਫੀ ਦੇਰ ਹੋ ਚੁੱਕੀ ਹੈ, ਅਤੇ ਇਹ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ। ਪਰ ਇਸੇ ਦਰਮਿਆਨ ਜੋ ਤਾਜ਼ਾ ਖਬਰ ਪੰਜਾਬ ਤੋਂ ਪ੍ਰਾਪਤ ਹੋ ਰਹੀ ਹੈ, ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵੀ ਆਪਣਾ ਅਸਤੀਫਾ ਦਿੱਤਾ ਹੈ। ਉਹਨਾਂ ਨੇ ਟਵੀਟ ਕਰਕੇ ਆਪਣੇ ਅਸਤੀਫੇ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ
ਉਹ ਇਸ ਕਾਲੇ ਦਿਨ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਅਤੇ ਉਹਨਾਂ ਨੇ ਆਪਣਾ ਰੋਸ ਦਰਜ ਕਰਾਉਂਦਿਆਂ ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਜਾਣੀ ਕਿ MLA ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਜੇ ਅਸੀਂ ਗੱਲ ਕਰੀਏ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦੀ, ਕਿਉਂਕਿ ਇਹ ਪੰਜਾਬ ਹੀ ਨਹੀਂ ਦੇਸ਼ ਦੀ ਸਿਆਸਤ ਨਾਲ ਜੁੜਿਆ ਮੁੱਦਾ ਹੈ ਔਰ ਹਮੇਸ਼ਾ ਅਕਾਲੀ ਭਾਜਪਾ ਦਾਅਵਾ ਕਰਦੇ ਰਹੇ ਆ ਕਿ ਸਾਡਾ 9 ਮਾਸ ਦਾ ਰਿਸ਼ਤਾ, ਤਾਂ ਇਹ 9 ਮਾਸ ਦਾ ਰਿਸ਼ਤਾ ਆਖਰ ਅੱਜ ਟੁੱਟ ਹੀ ਗਿਆ। ਪ੍ਰਕਾਸ਼ ਸਿੰਘ ਬਾਦਲ ਨੇ ਤੇ ਲਗਭਗ ਇੱਕ ਦਹਾਕੇ ਤੋਂ ਵੱਖ-ਵੱਖ ਮੌਕਿਆਂ ਤੇ ਇਸ ਰਿਸ਼ਤੇ ਨੂੰ ਸਾਂਭਿਆ ਸੀ ਔਰ ਦਾਅਵਾ ਕੀਤਾ ਸੀ ਕਿ ਗੱਠਜੋੜ ਕਦੇ ਨਹੀਂ ਟੁੱਟੇਗਾ, ਤੇ ਗੱਠਜੋੜ ਤਾਂ ਫਿਲਹਾਲ ਨਹੀਂ ਟੁੱਟਿਆ, ਕਿਉਂਕਿ ਜੋ ਦਾਅਵਾ ਕੀਤਾ ਗਿਆ ਅਕਾਲੀ ਦਲ ਨੇ ਕਿ ਉਹ NDA ਦਾ ਹਿੱਸਾ ਰਹੇਗਾ, ਭਾਜਪਾ ਨੂੰ ਜੋ ਸਪੋਰਟ ਹੈ ਉਹ ਜਾਰੀ ਰਹੇਗੀ, ਪਰ ਕੇਂਦਰੀ ਮੰਤਰੀ ਮੰਡਲ ਦਾ ਹਿੱਸਾ ਉਹ ਨਹੀਂ ਰਹਿਣਗੇ, ਅਸਤੀਫਾ ਦੇ ਦਿੱਤਾ। ਹੁਣ ਅਗਲਾ ਜੋ ਇਸ ਮਾਮਲੇ 'ਚ ਰਾਜਨੀਤੀ ਦਾ ਜੋ ਸਟੈਪ ਵੇਖਿਆ ਜਾ ਰਿਹਾ ਅਕਾਲੀ ਦਲ ਦਾ, ਉਹ ਗੱਠਜੋੜ ਨੂੰ ਲੈ ਕੇ ਹੈ। ਕੀ ਭਾਜਪਾ ਨਾਲ ਗੱਠਜੋੜ 2022 'ਚ ਕਾਇਮ ਰਹੇਗਾ ਜਾਂ ਨਹੀਂ, ਇਸ ਬਾਰੇ ਰਾਜਨੀਤਿਕ ਮਾਹਿਰਾਂ ਦੀ ਆਪੋ ਆਪਣੀ ਰਾਏ ਹੈ। ਪਰ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਜੋ ਹੈ ਉਹ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। ਫੇਸਬੁੱਕ ਦੇ ਆਪਣੇ ਅਫੀਸ਼ੀਅਲ ਅਕਾਊਂਟ 'ਤੇ ਉਹਨਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਔਰ ਹੁਣੇ ਜੋ ਤਾਜ਼ਾ ਪ੍ਰੈਸ ਕਾਨਫਰੰਸ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਦਿੱਲੀ 'ਚ ਕੀਤੀ ਹੈ, ਉਸ ਵਿੱਚ ਵੀ ਉਹਨਾਂ ਸਪਸ਼ਟ ਕਿਹਾ ਕਿ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ। ਹੁਣ ਅਸਤੀਫੇ ਦੇ ਜੋ ਕਾਰਨ ਰਹੇ ਨੇ ਉਹਨਾਂ ਦੀ ਗੱਲ ਕਰੀਏ ਤਾਂ ਅਕਾਲੀ ਦਲ ਨੇ ਪਹਿਲਾਂ ਇਸ ਮਾਮਲੇ 'ਤੇ ਯੂ ਟਰਨ ਲਿਆ। ਪਹਿਲਾਂ ਇਹਨਾਂ ਬਿੱਲਾਂ ਨੂੰ ਸਹੀ ਕਰਾਰ ਦਿੱਤਾ। ਸੁਖਬੀਰ ਸਿੰਘ ਬਾਦਲ ਕੇਂਦਰ ਦੇ ਮੰਤਰੀ ਤੋਂ ਚਿੱਠੀ ਲਿਖਾ ਕੇ ਲਿਆਏ ਔਰ ਕਹਿੰਦੇ ਰਹੇ ਕਿ ਬਿੱਲ ਕਿਸਾਨਾਂ ਦੇ ਭਲੇ 'ਚ, ਤਾਂ ਅਚਾਨਕ ਜਿਹਾ ਕੀ ਹੋ ਗਿਆ ਕਿ ਇਹ ਜੋ ਕਿਸਾਨਾਂ ਦੇ ਭਲੇ ਵਾਲੇ ਬਿੱਲ ਹੈ ਕਿਸਾਨ ਮਾਰੂ ਬਣ ਗਏ। ਇਸ ਬਾਰੇ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ। ਇਹਨਾਂ ਵਿੱਚ ਇੱਕ ਗੱਲ ਸਪਸ਼ਟ ਹੈ ਕਿ ਅਕਾਲੀ ਦਲ ਦੇ ਅੰਦਰ ਵੀ ਇੱਕ ਪ੍ਰੈਸ਼ਰ ਸੀ ਜੋ ਸੁਖਬੀਰ ਸਿੰਘ ਬਾਦਲ ਜਾਂ ਹਰਸਿਮਰਤ ਕੌਰ ਬਾਦਲ 'ਤੇ ਸੀ, ਕਿਉਂਕਿ ਕਈ ਅਕਾਲੀ ਆਗੂ ਜਿਨ੍ਹਾਂ 'ਚ ਸਿਕੰਦਰ ਸਿੰਘ ਮਲੂਕਾ ਸ਼ਾਮਲ ਨੇ, ਉਹਨਾਂ ਨੇ ਬੀਤੇ ਦਿਨ ਫੇਸਬੁੱਕ 'ਤੇ ਸਪਸ਼ਟ ਕਹਿ ਦਿੱਤਾ ਸੀ ਕਿ ਹੁਣ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ, ਉਹਨਾਂ ਨੂੰ ਕੇਂਦਰੀ ਮੰਤਰੀ ਮੰਡਲ ਦਾ ਹਿੱਸਾ ਨਹੀਂ ਰਹਿਣਾ ਚਾਹੀਦਾ। ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ ਚੰਦਰ ਸਿੰਘ ਗਰੇਵਾਲ, ਇਹ ਅਜਿਹੇ ਨਾਮ ਨੇ ਜਿਨ੍ਹਾਂ ਬਾਰੇ ਦਾਅਵਾ ਕੀਤਾ ਜਾ ਰਿਹਾ ਕਿ ਅੰਦਰ ਖਾਤੇ ਇਹਨਾਂ ਦਾ ਵੀ ਖੁੱਲ੍ਹੇ ਸੁਰ ਇਹਨਾਂ ਨੇ ਭਾਜਪਾ ਖਿਲਾਫ ਅਲਾਪੇ ਸੀਗੇ, ਕਿਉਂਕਿ ਕਿਤੇ ਨਾ ਕਿਤੇ ਅਕਾਲੀ ਦਲ ਵੀ ਭਾਜਪਾ ਤੋਂ ਔਖਾ ਸੀ। ਲਗਾਤਾਰ ਅਕਾਲੀ ਦਲ ਨੂੰ ਅਣਗੌਲਿਆਂ ਕੀਤਾ ਜਾਂਦਾ ਸੀ ਔਰ ਅਕਾਲੀ ਦਲ ਪਿਛਲੇ ਕਈ ਸਾਲਾਂ ਤੋਂ ਇਸ ਦੋਸ਼ ਦਾ ਸਾਹਮਣੇ ਕਰ ਰਿਹਾ ਸੀ ਕਿ ਭਾਜਪਾ ਦੀ ਕਠਪੁਤਲੀ ਬਣ ਕੇ ਰਹਿ ਗਿਆ। ਜਦੋਂ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਗਿਆ ਸੀ ਤਾਂ ਫੈਡਰਲ ਢਾਂਚੇ ਦੇ ਮੁੱਦੇ 'ਤੇ ਅਕਾਲੀ ਦਲ ਨੂੰ ਤਕੜਾ ਵਿਰੋਧ ਚੱਲਣਾ ਪਿਆ ਸੀ। ਇਸ ਤੋਂ ਇਲਾਵਾ ਵੀ ਕਈ ਮੌਕੇ ਆਏ ਜਦੋਂ ਅਕਾਲੀ ਦਲ ਦੇ ਪੱਲੇ ਨਿਰਾਸ਼ਾ ਪਈ, ਪੰਜਾਬ ਵਿੱਚ ਵਿਰੋਧ ਹੋਇਆ ਔਰ ਲਗਾਤਾਰ ਇਹ ਨਿਸ਼ਾਨਾ ਬਣਦਾ ਰਿਹਾ ਅਕਾਲੀ ਦਲ ਇਸ ਗੱਲ ਨੂੰ ਲੈ ਕੇ ਕਿ ਅਕਾਲੀ ਦਲ ਸਿਰਫ ਆਪਣੀ ਕੇਂਦਰ ਦੀ ਕੁਰਸੀ ਨੂੰ ਸੁਰੱਖਿਅਤ ਰੱਖਣ ਲਈ ਪੰਜਾਬ ਦੀ ਬਲੀ ਦੇ ਦਿੰਦਾ। ਤਾਂ ਕਿਤੇ ਨਾ ਕਿਤੇ ਅਕਾਲੀ ਦਲ 'ਤੇ ਲੋਕਾਂ ਦਾ ਅਤੇ ਆਪਣੇ ਲੀਡਰਾਂ ਦਾ ਵੀ ਪ੍ਰੈਸ਼ਰ ਸੀ। ਅਤੇ ਉਸ ਤੋਂ ਵੀ ਵੱਧ ਜੇ ਗੱਲ ਕਰੀਏ ਰਾਜਨੀਤੀ ਦੇ ਪੱਖ ਤੋਂ ਪੰਜਾਬ ਵਿੱਚ, ਤਾਂ ਭਾਜਪਾ ਦੀ ਲਗਾਤਾਰ ਕੋਸ਼ਿਸ਼ ਸੀ ਕਿ ਅਕਾਲੀ ਦਲ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਵੇ ਅਤੇ ਭਾਜਪਾ ਆਉਣ ਵਾਲੇ ਇਲੈਕਸ਼ਨਾਂ 'ਚ 2022 ਦੀਆਂ ਚੋਣਾਂ 'ਚ ਸੰਕੇਤ ਦੇ ਚੁੱਕੀ ਸੀ ਕਿ ਉਹ ਇਕੱਲੇ ਚੋਣ ਲੜੇਗੀ ਔਰ ਇਹਦੇ ਬਾਰੇ ਜੋ ਸਪਸ਼ਟ ਸੰਕੇਤ ਸੀ, ਕਿਉਂਕਿ ਭਾਜਪਾ ਨੇ ਵੱਡੀ ਗਿਣਤੀ ਜੋ ਆਪਣੇ ਬੁਲਾਰੇ ਹੈ ਉਹ ਸਿੱਖ ਭਰਤੀ ਕੀਤੀ ਹੈ, ਸਿੱਖ ਚਿਹਰੇ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਉਹ ਗੱਲ ਮਨਵਿੰਦਰ ਸਿੰਘ ਕੰਗ ਦੀ ਹੋਵੇ ਔਰ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਵੀ ਲਾਈਆਂ ਜਾ ਰਹੀਆਂ। ਸੁਖਦੇਵ ਸਿੰਘ ਢੀਂਡਸਾ ਜਾਂ ਬ੍ਰਹਮਪੁਰਾ ਕਿਤੇ ਨਾ ਕਿਤੇ 2022 'ਚ ਭਾਜਪਾ ਦਾ ਸਿੱਖ ਚਿਹਰਾ ਹੋ ਸਕਦੇ ਆ। ਤਾਂ ਅਜਿਹੀਆਂ ਅਟਕਲਾਂ ਦਰਮਿਆਨ ਅਕਾਲੀ ਦਲ ਨੇ ਮਹਿਸੂਸ ਕੀਤਾ ਕਿ ਬੇਅਦਬੀ ਦੇ ਮਾਮਲੇ 'ਤੇ ਅਕਾਲੀ ਦਲ ਪਹਿਲਾਂ ਹੀ ਲਗਭਗ ਜ਼ੀਰੋ ਦੀ ਕਗਾਰ 'ਤੇ ਖੜ੍ਹਾ ਹੈ, ਤਾਂ ਪੰਜਾਬ ਦੇ ਜੋ ਕਿਸਾਨਾਂ ਦਾ ਮੁੱਦਾ ਹੈ ਉਸ 'ਤੇ ਘੱਟੋ ਘੱਟ ਜ਼ਰੂਰ ਹਮਾਇਤ ਪੰਜਾਬ ਦੇ ਕਿਸਾਨਾਂ ਲਈ ਜਾਵੇ। ਔਰ ਉਸ ਤੋਂ ਵੀ ਇੱਕ ਅਹਿਮ ਪੱਖ ਮਾਲਵਾ ਖੇਤਰ ਦਾ, ਜੋ ਪੰਜਾਬ ਵਿੱਚ ਕਿਸਾਨ ਯੂਨੀਅਨਾਂ ਕੰਮ ਕਰ ਰਹੀਆਂ ਉਹ ਵੱਖ-ਵੱਖ ਸਿੱਧੂਪੁਰ, ਡਕੌਂਦਾ ਜਾਂ ਲੱਖੋਵਾਲ ਨੇ, ਪਰ ਇਹਨਾਂ ਵਿੱਚੋਂ ਜੋ ਕਿਸਾਨ ਯੂਨੀਅਨਾਂ ਦਾ ਸਭ ਤੋਂ ਵੱਧ ਜ਼ੋਰ ਚੱਲਦਾ ਉਹ ਬਠਿੰਡਾ, ਬਰਨਾਲਾ ਅਤੇ ਸੰਗਰੂਰ ਖੇਤਰ 'ਚ ਚੱਲਦਾ। ਉੱਥੇ ਯੂਨੀਅਨ ਜੋ ਕੰਮ ਕਰਦੀਆਂ ਵੱਖ-ਵੱਖ ਜਥੇਬੰਦੀਆਂ ਉਹ ਕਾਫੀ ਐਕਟਿਵ ਨੇ, ਉਹਨਾਂ ਦੇ ਰੋਸ ਪ੍ਰਦਰਸ਼ਨ ਸਭ ਤੋਂ ਵੱਧ ਮਾਲਵੇ ਦੇ ਇਹਨਾਂ ਜ਼ਿਲ੍ਹਿਆਂ 'ਚ ਹੁੰਦੇ ਆ ਅਤੇ ਇਹ ਜ਼ਿਲ੍ਹੇ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਮੈਂਬਰ ਪਾਰਲੀਮੈਂਟ ਹਲਕਾ ਜਾਣੀ ਕਿ ਬਠਿੰਡੇ 'ਚ ਪੈਂਦੇ ਆ। ਅਤੇ ਕਿਸਾਨ ਜਥੇਬੰਦੀਆਂ ਨੇ ਕੁਝ ਦਿਨ ਪਹਿਲਾਂ ਸਪਸ਼ਟ ਐਲਾਨ ਕਰਤਾ ਸੀ ਕਿ ਜੇਕਰ ਅਕਾਲੀ ਦਲ ਨੇ ਇਸ ਬਿੱਲਾਂ ਖਿਲਾਫ ਕੋਈ ਸਖਤ ਸਟੈਂਡ ਨਹੀਂ ਲਿਆ ਤਾਂ ਉਹਨਾਂ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਊਗਾ। ਕਿਤੇ ਨਾ ਕਿਤੇ ਆਪਣੇ ਲੋਕ ਸਭਾ ਖੇਤਰ ਵਿੱਚ ਜੋ ਵਿਰੋਧ ਵੇਖਣ ਨੂੰ ਮਿਲਿਆ ਹਰਸਿਮਰਤ ਕੌਰ ਬਾਦਲ ਨੂੰ ਅੰਦਰ ਖਾਤੇ, ਉਸ ਤੋਂ ਵੀ ਉਹਨਾਂ ਨੂੰ ਅਸਤੀਫਾ ਦੇਣ 'ਤੇ ਮਜਬੂਰ ਹੋਣਾ ਪਿਆ, ਕਿਉਂਕਿ ਬੇਅਦਬੀ ਮਾਮਲੇ ਕਰਕੇ ਮਾਲਵਾ ਖੇਤਰ ਵਿੱਚ ਬੀਤੀਆਂ ਜੋ ਚੋਣਾਂ ਸੀ ਅਕਾਲੀ ਦਲ ਨੂੰ ਵੱਡੀ ਨਮੋਸ਼ੀ ਝੱਲਣੀ ਪਈ ਸੀ। ਪਿੰਡਾਂ ਵਿੱਚ ਅਕਾਲੀ ਆਗੂਆਂ ਦਾ ਘਿਰਾਓ ਹੋਇਆ, ਕਾਲੀਆਂ ਝੰਡੀਆਂ ਵਿਖਾਈਆਂ ਗਈਆਂ, ਕਈ ਥਾਵਾਂ 'ਤੇ ਤਾਂ ਅਕਾਲੀ ਲੀਡਰਾਂ ਨੂੰ ਗੱਡੀਆਂ ਭਜਾ ਕੇ ਬਚਣਾ ਪਿਆ।
ਪਰ ਇਸ ਜਿਹੇ ਦਰਮਿਆਨ ਹਰਸਿਮਰਤ ਕੌਰ ਬਾਦਲ ਤੇ ਅਕਾਲੀ ਦਲ ਦਾ ਨਵਾਂ ਪੈਂਤਰਾ ਕਿਤੇ ਨਾ ਕਿਤੇ ਆਪਣੇ ਗੜ੍ਹ ਯਾਨੀ ਕਿ ਮਾਲਵਾ ਖੇਤਰ ਨੂੰ ਸੁਰੱਖਿਅਤ ਬਣਾਉਣ ਲਈ ਵੀ ਕੀਤਾ ਗਿਆ ਔਰ ਇਹ ਅਸਤੀਫਾ ਕੰਮ ਕਰੇਗਾ ਜਾਂ ਨਹੀਂ ਆਉਣ ਵਾਲਾ ਟਾਈਮ ਦੱਸੂਗਾ। ਪਰ ਜੋ ਹੁਣੇ ਪ੍ਰੈਸ ਕਾਨਫਰੰਸ ਅਕਾਲੀ ਦਲ ਵੱਲੋਂ ਕੀਤੀ ਗਈ ਹੈ, ਇਹ ਬਿੱਲ ਪਾਸ ਹੋਣ ਤੋਂ ਬਾਅਦ ਕੀਤੀ ਗਈ ਹੈ। ਉਸ ਵਿੱਚ ਉਹਨਾਂ ਸਪਸ਼ਟ ਕਿਹਾ ਕਿ ਇਹਨਾਂ ਖੇਤੀ ਬਿੱਲਾਂ ਦੇ ਵਿਰੋਧ 'ਚ ਜੋ ਵੀ ਕਿਸਾਨ ਸੰਘਰਸ਼ ਕਰਨਗੇ ਉਹਨਾਂ ਨਾਲ ਬੈਠਣਗੇ, ਜਿੱਥੇ ਕਿਤੇ ਵੀ ਕਿਸਾਨਾਂ ਨੂੰ ਲੋੜ ਪਵੇਗੀ ਉਹ ਕਿਸਾਨਾਂ ਦਾ ਸਾਥ ਦੇਣਗੇ। ਔਰ ਉਹਨਾਂ ਨੇ ਇਹ ਸ਼ਬਦ ਵਰਤਿਆ ਕਿ ਲੜਾਈ ਲੰਬੀ ਚੱਲੇਗੀ। ਲੰਬੀ ਕਿੰਨੀ ਕੁ ਲੜਾਈ ਚੱਲੇਗੀ ਇਹ ਹਜੇ ਕੋਈ ਸਪਸ਼ਟ ਨਹੀਂ। ਖੇਤੀ ਆਰਡੀਨੈਂਸ ਕਿੱਦਾਂ ਵਾਪਸ ਹੋਣਗੇ ਇਹਦੇ ਬਾਰੇ ਵੀ ਕੋਈ ਸਥਿਤੀ ਸਪਸ਼ਟ ਨਹੀਂ ਹੈ। ਪਰ ਅੱਜ ਪੂਰਾ ਦਿਨ ਵੱਖ-ਵੱਖ ਰਾਜਨੀਤਿਕ ਘਟਨਾਵਾਂ ਹੁੰਦੀਆਂ ਰਹੀਆਂ, ਤਰ੍ਹਾਂ ਤਰ੍ਹਾਂ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ। ਅਕਾਲੀ ਦਲ ਸਿਰਫ ਜ਼ਬਾਨੀ ਵਿਰੋਧ ਕਰੇਗਾ, ਆਪਣੀ ਦਿੱਲੀ ਵਾਲੀ ਕੁਰਸੀ ਨਹੀਂ ਛੱਡੇਗਾ। ਪਰ ਅੱਜ ਸ਼ਾਮ ਤੱਕ ਇਹ ਸਥਿਤੀ ਬਿਲਕੁਲ ਸਪਸ਼ਟ ਹੋ ਗਈ। ਅਕਾਲੀ ਦਲ ਕੇਂਦਰੀ ਮੰਤਰੀ ਮੰਡਲ ਤੋਂ ਲਾਂਭੇ ਹੋ ਗਿਆ, ਪਰ ਹਜੇ ਵੀ ਜੋ ਰਾਜਨੀਤਿਕ ਜਿਹਨੂੰ ਕਹੀਏ ਘੁੰਡੀ ਅੜੀ ਹੋਈ ਹੈ ਉਹ ਇਸ ਗੱਲ ਨੂੰ ਲੈ ਕੇ ਹੈ ਕਿ ਭਾਜਪਾ ਤੋਂ ਸਮਰਥਨ ਵਾਪਸ ਕਿਉਂ ਨਹੀਂ ਲਿਆ ਗਿਆ। ਰਾਜਨੀਤਿਕ ਮਾਹਰ ਪੰਜਾਬ ਦੇ ਲੋਕ ਇਹ ਸਵਾਲ ਪੁੱਛ ਰਹੇ ਹੈ ਕਿ ਜੇਕਰ ਤੁਸੀਂ ਵਿਰੋਧ ਵਜੋਂ ਅਸਤੀਫਾ ਦਿੱਤਾ ਤਾਂ ਕੇਂਦਰ ਸਰਕਾਰ ਵੀ ਭਾਜਪਾ ਦੀ ਹੈ, ਤਾਂ ਉਹ ਸਰਕਾਰ ਨੂੰ ਹਮਾਇਤ ਕਰਨ ਦਾ ਕੀ ਮਤਲਬ ਰਹਿ ਜਾਂਦਾ। ਇਹ ਗੱਲ ਦਾ ਜਵਾਬ ਅਕਾਲੀ ਦਲ ਨੂੰ ਦੇਣਾ ਪਊਗਾ, ਕਿਉਂਕਿ ਲੋਕ ਪੁੱਛ ਰਹੇ ਆ ਕਿ NDA ਤੋਂ ਬਾਹਰ ਅਕਾਲੀ ਦਲ ਕਿਉਂ ਨਹੀਂ ਹੋ ਰਿਹਾ। ਜੇਕਰ ਤੁਸੀਂ ਬਿੱਲਾਂ ਕਰਕੇ ਅਸਤੀਫਾ ਦਿੱਤਾ ਹੈ, ਖੇਤੀ ਜੋ ਆਰਡੀਨੈਂਸ ਪਾਸ ਹੋਇਆ, ਤਾਂ ਉਸੇ ਸਰਕਾਰ ਕਰਕੇ ਜੋ ਆਰਡੀਨੈਂਸ ਪਾਸ ਹੋਇਆ ਤਾਂ ਉਸ ਸਰਕਾਰ ਨੂੰ ਸਪੋਰਟ ਕਰਨ ਦਾ ਮਤਲਬ ਕੀ ਰਹਿ ਜਾਂਦਾ। NDA ਦਾ ਹਿੱਸਾ ਰਹਿਣ ਦਾ ਮਤਲਬ ਕੀ ਰਹਿ ਜਾਂਦਾ। ਕਿਤੇ ਨਾ ਕਿਤੇ ਅਕਾਲੀ ਦਲ ਆਪਣਾ ਇੱਕ ਜੋ ਸਟੈਪ ਬਾਕੀ ਛੱਡ ਰਿਹਾ ਕਿ 2022 'ਚ ਸਾਂਝ ਬਣੀ ਰਹਿ ਸਕਦੀ ਹੈ। ਇਹ ਇੱਕ ਇਸ਼ਾਰਾ ਜ਼ਰੂਰ ਹੈ ਪੰਜਾਬ ਦੀ ਰਾਜਨੀਤੀ 'ਚ ਕਿ ਜੇਕਰ 2022 ਤੱਕ ਇਹ ਮਾਮਲਾ ਠੰਡਾ ਪੈ ਜਾਂਦਾ ਜਾਂ ਕੋਈ ਵੱਡੀ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਲੋਕ ਇਹ ਅੰਦਾਜ਼ਾ ਲਾ ਰਹੇ ਆ ਜਾਂ ਰਾਜਨੀਤਿਕ ਮਾਹਰਾਂ ਦਾ ਕਹਿਣਾ ਕਿ ਅਕਾਲੀ ਦਲ ਇੱਕ ਸਟੈਪ ਹੈ ਉਹ ਪਿੱਛੇ ਛੱਡ ਰਿਹਾ ਕਿ ਅਸੀਂ ਭਾਜਪਾ ਤੋਂ ਸਮਰਥਨ ਵਾਪਸ ਨਹੀਂ ਲੈ ਰਹੇ। ਅਤੇ ਵੱਖ-ਵੱਖ ਰਾਜਨੀਤਿਕ ਆਗੂਆਂ ਦੀਆਂ ਟਿੱਪਣੀਆਂ ਇਸ ਮਾਮਲੇ 'ਤੇ ਆ ਰਹੀਆਂ ਔਰ ਪਾਰਲੀਮੈਂਟ ਵਿੱਚ ਵੀ ਰਵਨੀਤ ਸਿੰਘ ਬਿੱਟੂ ਨੇ ਸੁਖਬੀਰ ਸਿੰਘ ਬਾਦਲ ਨੂੰ ਇਹ ਸਪਸ਼ਟ ਕਹਿ ਦਿੱਤਾ ਸੀ ਕਿ ਜੇ ਉਹ ਇਹ ਬਿੱਲਾਂ ਦਾ ਵਿਰੋਧ ਨਹੀਂ ਕਰਦੇ ਤਾਂ ਉਹਨਾਂ ਨੂੰ ਪੰਜਾਬ ਵਿੱਚ ਵੜਨ ਨਹੀਂ ਦਿੱਤਾ ਜਾਊਗਾ। ਤਾਂ ਕਿਤੇ ਨਾ ਕਿਤੇ ਪੰਜਾਬ ਦੀ ਸਿਆਸਤ, ਪੰਜਾਬ ਦੇ ਮਾਹੌਲ ਨੂੰ ਵੇਖਦਿਆਂ ਅਕਾਲੀ ਦਲ ਨੇ ਇਹ ਵੱਡਾ ਕਦਮ ਪੁੱਟਿਆ। ਅਤੇ ਔਰ ਉਸ ਤੋਂ ਵੀ ਜੋ ਵੱਡੀ ਗੱਲ ਹੈ ਕਿ ਪੰਜਾਬ ਦਾ ਮਾਲਵਾ ਖੇਤਰ ਜਿੱਥੇ ਵੱਡੀ ਗਿਣਤੀ 'ਚ ਕਿਸਾਨ ਯੂਨੀਅਨ ਆਪਣਾ ਸੰਘਰਸ਼ ਕਰਦੀਆਂ ਔਰ ਬਰਨਾਲਾ ਮਾਨਸਾ ਜੋ ਏਰੀਆ ਕਿਸਾਨ ਸੰਘਰਸ਼ ਦਾ ਕੇਂਦਰ ਰਿਹਾ, ਉੱਥੇ ਅਕਾਲੀ ਦਲ ਲਈ ਇਹ ਵੱਡੀ ਚੁਣੌਤੀ ਹੋ ਜਾਣਾ ਸੀ 2022 'ਚ। ਜੇ ਉੱਥੇ ਕਿਸਾਨ ਯੂਨੀਅਨ ਆਪਣਾ ਕੰਮਕਾਰ ਕਰਦੀਆਂ ਤਾਂ ਪਿੰਡਾਂ 'ਚ ਵੜਨਾ ਔਖਾ ਸੀ ਅਕਾਲੀ ਦਲ ਲਈ। ਪਰ ਇਸੇ ਦਰਮਿਆਨ ਦਿਲਚਸਪ ਗੱਲ ਜੋ ਵੇਖਣ ਨੂੰ ਮਿਲ ਰਹੀ ਹੈ ਅਕਾਲੀ ਦਲ ਦਾ ਯੂ ਟਰਨ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ 10 ਮਿੰਟ ਦੀ ਵੀਡੀਓ ਪਾ ਕੇ ਕਹਿੰਦੇ ਆ ਕਿ ਬਿੱਲ ਹੱਕ 'ਚ ਹੈ। ਅਤੇ ਅੱਜ ਜੋ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਬਾਲਾਸਰ ਫਾਰਮ 'ਤੇ ਨੇ ਜੋ ਕਿਹਾ ਜਾ ਰਿਹਾ ਕੋਵਿਡ ਕਰਕੇ ਡਾਕਟਰਾਂ ਨੇ ਇਹਨੂੰ ਆਰਾਮ ਦੀ ਸਲਾਹ ਦਿੱਤੀ ਹੈ ਬਜ਼ੁਰਗ ਹੋਣ ਦੇ ਨਾਂ 'ਤੇ, ਵੱਡੀ ਉਮਰ ਹੋਣ ਕਰਕੇ। ਪਰ ਸ਼ਾਇਦ ਕਿਤੇ ਨਾ ਕਿਤੇ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ 'ਚ ਪਹਿਲਾ ਮੌਕਾ ਹੈ ਕਿ ਜਦੋਂ ਅਕਾਲੀ ਦਲ ਬੁਰੀ ਤਰ੍ਹਾਂ ਘਿਰਿਆ ਹੋਇਆ ਅਤੇ ਪ੍ਰਕਾਸ਼ ਸਿੰਘ ਬਾਦਲ ਪੰਜਾਬ ਤੋਂ ਬਾਹਰ ਨੇ, ਪੰਜਾਬ ਦੀ ਰਾਜਨੀਤੀ ਤੋਂ ਬਾਹਰ ਨੇ। ਅਕਾਲੀ ਦਲ ਨੂੰ ਜੋ ਸਮੱਸਿਆਵਾਂ ਸਾਹਮਣੇ ਆ ਰਹੀਆਂ ਉਹਨਾਂ ਸਮੱਸਿਆਵਾਂ ਦਾ ਜੋ ਸੰਕਟ ਮੋਚਨ ਕਿਹਾ ਜਾਂਦਾ ਪ੍ਰਕਾਸ਼ ਸਿੰਘ ਬਾਦਲ ਨੂੰ, ਉਹ ਕਿਤੇ ਨਾ ਕਿਤੇ ਮੂੰਹ ਫੇਰ ਰਹੇ ਨੇ ਉਹਨਾਂ ਤੋਂ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦਾ ਅਫੀਸ਼ੀਅਲ ਆਪਣਾ ਕੋਈ ਵੀ ਸੋਸ਼ਲ ਮੀਡੀਆ ਅਕਾਊਂਟ ਨਹੀਂ ਹੈ। ਔਰ ਜੋ ਉਹਨਾਂ ਦੀ ਵੀਡੀਓ ਸੀ ਉਹ ਅਕਾਲੀ ਦਲ ਦੇ ਪੇਜ 'ਤੇ ਅਪਲੋਡ ਕੀਤੀ ਗਈ ਸੀ, ਵੱਖ-ਵੱਖ ਅਕਾਲੀ ਲੀਡਰਾਂ ਵੱਲੋਂ ਸਾਂਝੀ ਕੀਤੀ ਗਈ ਸੀ। ਤਾਂ ਹੁਣ ਪ੍ਰਕਾਸ਼ ਸਿੰਘ ਬਾਦਲ 10 ਦਿਨਾਂ ਬਾਅਦ ਇਸ ਮੁੱਦੇ 'ਤੇ ਕੀ ਜਵਾਬ ਦੇਣਗੇ, ਕਿਉਂਕਿ ਖੇਤੀ ਆਰਡੀਨੈਂਸ ਨੇ ਉਹ ਪਾਸ ਹੋ ਚੁੱਕੇ ਨੇ। ਔਰ ਹਮੇਸ਼ਾ ਹੀ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਰਹੇ ਆ ਕਿ ਅਕਾਲੀ ਭਾਜਪਾ ਗੱਠਜੋੜ ਹੈ, 9 ਮਾਸ ਦਾ ਰਿਸ਼ਤਾ ਹੈ। ਤਾਂ ਆਖਰ ਹੁਣ ਕੀ ਮਜਬੂਰੀ ਆ ਗਈ ਹੈ ਜੋ ਇਹ 9 ਹੈ ਉਹ ਮਾਸ ਵਿੱਚ ਕੁੱਬਣਾ ਸ਼ੁਰੂ ਹੋ ਗਿਆ। ਸਮਾਂ ਹੋ ਗਿਆ ਹੁਣ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵੀ ਇਸ ਮਾਮਲੇ 'ਤੇ ਜੋ ਹੋਰ ਅਪਡੇਟ ਹੈ ਤੁਹਾਡੇ ਰੂਬਰੂ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਮੁੜ ਸਵਾਗਤ ਹੈ। ਪੰਜਾਬ ਡਿਸਕਸ਼ਨ ਵਿੱਚ ਅਸੀਂ ਗੱਲ ਕਰ ਰਹੇ ਹਾਂ ਕੇਂਦਰੀ ਖੇਤੀ ਬਿੱਲਾਂ ਦੀ, ਕਿਉਂਕਿ ਹਰ ਇੱਕ ਘਰ ਨਾਲ ਜੁੜਿਆ ਮੁੱਦਾ, ਹਰ ਇੱਕ ਕਿਸਾਨ ਨਾਲ ਜੁੜਿਆ ਮੁੱਦਾ ਅਤੇ ਕਿਸਾਨਾਂ ਨਾਲ ਜੁੜੇ ਹੋਏ ਨੇ ਮਜ਼ਦੂਰ, ਆੜ੍ਹਤੀਏ ਅਤੇ ਹੋਰ ਵੀ ਬਹੁਤ ਸਾਰਾ ਸਿਸਟਮ ਜੋ ਸਮੁੱਚੇ ਪੰਜਾਬ ਵਿੱਚ ਕੰਮਕਾਰ ਕਰਦਾ ਹੈ ਫਸਲਾਂ ਨੂੰ ਲੈ ਕੇ, ਜ਼ਮੀਨ ਨੂੰ ਲੈ ਕੇ। ਔਰ ਇਹ ਪੂਰਾ ਇੱਕ ਢਾਂਚਾ ਬਣਿਆ ਹੋਇਆ ਅਤੇ ਜੇਕਰ ਇਸ ਵਿੱਚ ਕੰਪਨੀਆਂ ਜਾਂ ਕਾਰਪੋਰੇਟ ਜਗਤ ਐਡ ਹੁੰਦਾ ਹੈ, ਜਮ੍ਹਾਂ ਹੁੰਦਾ ਹੈ, ਇੱਧਰ ਨੂੰ ਆਉਂਦੇ ਨੇ ਤਾਂ ਜ਼ਰੂਰ ਕਿਸਾਨਾਂ ਲਈ ਇਹ ਮਾਰੂ ਫੈਸਲੇ ਹੋ ਸਕਦੇ ਨੇ, ਕਿਉਂਕਿ ਕਿਸਾਨ ਹੈ ਜੋ ਉਹ ਪਹਿਲਾਂ ਹੀ ਹੁਣ ਆਪਣੀ ਫਸਲ ਨੂੰ ਜੱਜ ਕਰ ਲੈਂਦਾ ਕਿ ਕਿੰਨੇ ਲੱਖ ਦੀ ਫਸਲ ਉਹਦੀ ਖੇਤ 'ਚ ਖੜੀ ਹੈ। ਕੋਈ ਵੀ ਸਾਲ ਦਾ ਉਹਦਾ ਪੂਰਾ ਜੋ ਕੰਮਕਾਰ ਹੁੰਦਾ, ਚਾਹੇ ਆਪਣੇ ਧੀ ਪੁੱਤ ਦਾ ਕੋਈ ਵਿਆਹ ਕਰਨਾ, ਪੜ੍ਹਾਈ ਦਾ ਖਰਚ ਕਰਨਾ, ਉਸ ਹਿਸਾਬ ਨਾਲ ਉਹ ਆਪਣੀ ਆਮਦਨ ਦਾ ਅੰਦਾਜ਼ਾ ਲਾ ਕੇ ਔਰ ਉਸ ਹਿਸਾਬ ਨਾਲ ਆਪਣਾ ਕੰਮਕਾਰ ਸੈੱਟ ਕਰਦਾ। ਆੜ੍ਹਤੀਆਂ ਨੂੰ ਵੀ ਪਤਾ ਹੁੰਦਾ
ਕਿ ਕਿਹੜਾ ਕਿਸਾਨ ਕਿੰਨਾ ਕੁ ਬੋਝ ਝੱਲ ਸਕਦਾ, ਉਸ ਹਿਸਾਬ ਨਾਲ ਉਸਨੂੰ ਪੈਸਿਆਂ ਦਾ ਲੈਣ ਦੇਣ ਕੀਤਾ ਜਾਂਦਾ। ਅਤੇ ਮੰਡੀ ਬੋਰਡ ਵਿੱਚ ਵੀ ਵਧੀਆ ਜੋ ਸਿਸਟਮ ਹੈ ਉਹ ਕੰਮਕਾਰ ਜੋ ਆ ਚੱਲ ਰਿਹਾ। ਜੇਕਰ ਕੰਪਨੀਆਂ ਐਡ ਹੋ ਜਾਣਗੀਆਂ, ਕਿਉਂਕਿ ਆਮ ਲੋਕ ਪੁੱਛਦੇ ਆ ਕਿ ਇਹਨਾਂ ਖੇਤੀ ਬਿੱਲਾਂ ਦਾ ਸਿੱਧਾ ਅਸਰ ਕਿਵੇਂ ਹੋਣਾ ਹੈ। ਸਿੱਧਾ ਅਸਰ ਇਸ ਤਰ੍ਹਾਂ ਹੋਣਾ ਕਿ ਜੇਕਰ ਕੰਪਨੀਆਂ ਜਾਂ ਕਾਰਪੋਰੇਟ ਜਗਤ ਇਸ 'ਚ ਐਡ ਹੋ ਜਾਂਦਾ, ਪਹਿਲੀ ਗੱਲ ਤਾਂ MSP ਜੋ ਖਤਮ ਹੋਣ ਦੀ ਗੱਲ ਹੈ। ਜੇ MSP ਖਤਮ ਹੋ ਜਾਂਦੀ ਹੈ ਤਾਂ ਕਿਸਾਨਾਂ ਲਈ ਕੋਈ ਹੋਰ ਆਪਸ਼ਨ ਨਹੀਂ ਬਚਦੀ, ਕਿਉਂਕਿ ਹੁਣ ਜਦੋਂ ਕਿਸਾਨ, ਪੰਜਾਬ ਦਾ ਕਿਸਾਨ ਫਸਲ ਲੈ ਕੇ ਜਾਂਦਾ ਮੰਡੀ 'ਚ, ਉਸਨੂੰ ਸਪਸ਼ਟ ਹੁੰਦੀ ਹੈ ਕਿ ਮੇਰੇ ਇੰਨੇ ਲੱਖ ਦੀ ਫਸਲ ਹੈ ਔਰ ਇਸ ਭਾਅ 'ਤੇ ਫਿਕਸ ਵਿਕਣੀ ਹੈ, ਅਤੇ ਵਿਦਨ ਜੋ ਵੀ ਸਰਕਾਰੀ ਲਿਮਟ ਹੁੰਦੀ ਹੈ 48 ਘੰਟੇ ਜਾਂ 24 ਘੰਟਿਆਂ 'ਚ ਉਹਦੀ ਫਸਲ ਚੱਕੀ ਜਾਂਦੀ ਹੈ ਸਾਫ਼ ਕਰਕੇ, ਉਸਨੂੰ ਆੜ੍ਹਤੀਆਂ ਥਰੂ ਪੇਮੈਂਟ ਹੁੰਦੀ ਹੈ। ਅਤੇ ਆੜ੍ਹਤੀਆਂ ਦਾ ਵੀ ਜੋ ਰੱਬ ਵਰਗਾ ਆਸਰਾ ਕਿਸਾਨਾਂ ਨੂੰ ਹੁੰਦਾ, ਕੋਈ ਵੀ ਘਰ ਵਿੱਚ ਸੰਕਟ ਦੀ ਘੜੀ ਹੋਵੇ, ਚਾਹੇ ਖੁਸ਼ੀ ਦਾ ਮੌਕਾ ਹੋਵੇ, ਆੜ੍ਹਤੀਆਂ 'ਤੇ ਟੇਕ ਹੁੰਦੀ ਹੈ। ਅਤੇ ਉਹਨਾਂ ਵਿੱਚ ਕੋਈ ਸਿੱਧਾ ਜੋ ਹੈ ਵਿਚੋਲਾ ਨਹੀਂ ਹੁੰਦਾ, ਸਿੱਧੀ ਉਹਨਾਂ ਦੀ ਗੱਲਬਾਤ ਹੈ। ਆੜ੍ਹਤੀਆਂ ਕੋਲੇ ਸਰਕਾਰ ਕੋਲੋਂ ਪੇਮੈਂਟ ਆਉਂਦੀ ਹੈ ਔਰ ਆੜ੍ਹਤੀਆਂ ਤੋਂ ਕਿਸਾਨ ਰਿਸੀਵ ਕਰਦੇ ਆ, ਔਰ ਪੂਰਾ ਢਾਂਚਾ ਵਿਕਸਿਤ ਕੀਤਾ ਹੋਇਆ ਪੰਜਾਬ 'ਚ, ਚਾਹੇ ਉਹ ਫਸਲਾਂ ਨੂੰ ਪੱਖਾ ਲਾਉਣ ਦੀ ਗੱਲ ਹੈ, ਚਾਹੇ ਮੰਡੀਆਂ ਦਾ ਰੱਖ ਰਖਾਵ ਹੈ, ਟਰੱਕਾਂ ਦੀ ਲੋਡਿੰਗ ਦਾ ਕੰਮ ਹੈ। ਔਰ ਕੁੱਲ ਮਿਲਾ ਕੇ ਜੇ ਖੇਤੀ ਆਰਡੀਨੈਂਸ ਪਾਸ ਹੋ ਜਾਂਦੇ, MSP ਖਤਮ ਹੋ ਜਾਂਦੀ ਹੈ, ਕੰਪਨੀਆਂ ਪੰਜਾਬ 'ਚ ਆ ਜਾਂਦੀਆਂ, ਤਾਂ ਕਿਸਾਨਾਂ ਲਈ ਕੋਈ ਬਹੁਤੀਆਂ ਆਪਸ਼ਨਾਂ ਨਹੀਂ ਬਚਦੀਆਂ। ਕਿਸਾਨ ਪਹਿਲਾਂ ਹੀ ਕਰਜ਼ੇ 'ਚ, ਉਸਨੇ ਆਪਣੀ ਫਸਲ ਵੀ ਵੇਚਣੀ ਹੈ। ਮੰਡੀ 'ਚ ਬੈਠਾ, ਖੁੱਲ੍ਹੇ ਅਸਮਾਨ 'ਚ ਬੈਠਾ ਜੱਟ ਜ਼ਿਮੀਂਦਾਰ ਕਿਸਾਨ ਭਰਾ ਇਸ ਗੱਲ ਦਾ ਇੰਤਜ਼ਾਰ ਵੀ ਨਹੀਂ ਕਰ ਸਕਦਾ ਕਿ ਕਦੋਂ ਕੰਪਨੀ ਭਾਅ ਵਧਾਊਗੀ। ਉਹਨਾਂ ਨੂੰ ਨਾਮ ਹੀ ਨਹੀਂ ਕਰ ਸਕਦਾ। ਉਹਨੇ ਆਪਣਾ ਕਰਜ਼ਾ ਵੀ ਲਾਉਣਾ, ਆਪਣਾ ਘਰ-ਬਾਰ ਵੀ ਤੋਰਨਾ, ਕਿਉਂਕਿ ਨਾ ਤਾਂ ਸਾਡੇ ਕੋਲ ਕੋਈ ਸਟੋਰਿੰਗ ਦਾ ਪ੍ਰਬੰਧ ਹੈ ਵੀ ਕਿਸਾਨ ਸਟੋਰ ਕਰਕੇ ਰੱਖ ਲਏ, ਜਦੋਂ ਜ਼ਰੂਰਤ ਹੋਊਗੀ ਭਾਅ ਵਧੂਗਾ ਉਦੋਂ ਵੇਚ ਲਏ। ਇੱਦਾਂ ਦਾ ਪੰਜਾਬ 'ਚ ਕੋਈ ਪ੍ਰਬੰਧ ਨਹੀਂ ਹੈ। ਨਾ ਹੀ ਪੰਜਾਬ ਦਾ ਕਿਸਾਨ ਇੰਨਾ ਆਪਦੇ ਪੈਰਾਂ ਸਿਰ ਖੜ੍ਹਾ ਕਿ ਆਪਦੀ ਫਸਲ ਨੂੰ ਸਟੋਰ ਕਰਕੇ ਇਸ ਗੱਲ ਦਾ ਇੰਤਜ਼ਾਰ ਕਰੇ ਕਿ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਮਾਰਕੀਟ 'ਚ ਇਸ ਫਸਲ ਦਾ ਰੇਟ ਕਦੋਂ ਵਧੂਗਾ। ਮੇਰੇ ਕਹਿਣ ਦਾ ਭਾਵ ਕਿ ਜੇ ਕੰਪਨੀਆਂ ਜਾਂ ਕਾਰਪੋਰੇਟ ਜਗਤ ਇਸ ਪਾਸੇ ਆਉਂਦਾ ਤਾਂ ਕਿਸਾਨ ਸਿੱਧੇ ਰੂਪ 'ਚ ਪ੍ਰਭਾਵਿਤ ਹੋਣਗੇ। ਇਹ ਰਾਜਨੀਤਿਕ ਗੱਲਾਂ ਨੇ ਕਿ ਕਿਸਾਨਾਂ ਨੂੰ ਮਜਬੂਰ ਨਹੀਂ ਕੀਤਾ ਜਾਊਗਾ, ਸਮਝੌਤੇ ਨਹੀਂ ਹੋਣਗੇ, ਕੋਈ ਲਿਖਤੀ ਸਮਝੌਤਾ ਨਹੀਂ ਹੋਊਗਾ, ਕਿਸਾਨਾਂ ਕੋਲ ਆਪਸ਼ਨਾਂ ਹੋਣਗੀਆਂ। ਪਰ ਜਦੋਂ ਵੀ ਕਿਸੇ ਖੇਤਰ ਵਿੱਚ ਪ੍ਰਾਈਵੇਟ ਕੰਪਨੀਆਂ ਆਪਣੀ ਹਿੱਸੇਦਾਰੀ ਪਾਉਂਦੀਆਂ ਤਾਂ ਉਹ ਕੰਮ ਲਗਾਤਾਰ ਵੱਧਦਾ ਜਾਂਦਾ, ਔਰ ਕੇਂਦਰ ਸਰਕਾਰ ਲਗਾਤਾਰ ਨਿੱਜੀਕਰਨ ਨੂੰ ਉਤਸ਼ਾਹਿਤ ਕਰ ਰਹੀ ਹੈ। ਚਾਹੇ ਗੱਲ ਰੇਲਵੇ ਸਟੇਸ਼ਨਾਂ ਦੀ ਹੋਵੇ, ਚਾਹੇ ਅਸੀਂ ਮੈਟਰੋ ਦੀ ਗੱਲ ਕਰ ਰਹੀਏ, ਮੈਟਰੋ ਲਿਆਉਣ ਦੀ ਤਿਆਰੀ ਉਹ ਵੀ ਕੰਪਨੀਆਂ ਥਰੂ ਆ ਰਹੀ ਹੈ, ਚਾਹੇ ਗੱਲ ਏਅਰਪੋਰਟ ਦੀ ਹੈ, ਹੁਣ ਏਅਰ ਇੰਡੀਆ ਨੂੰ ਵੇਚਣ ਦੀਆਂ ਗੱਲਾਂ ਹੋ ਰਹੀਆਂ। ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਨੀਤੀ ਹੈ ਉਹ ਪ੍ਰਾਈਵੇਟ ਕੰਪਨੀਆਂ ਨੂੰ ਉਤਸ਼ਾਹਿਤ ਕਰਨ ਦੀ ਹੈ, ਅਤੇ ਪੰਜਾਬ ਦਾ ਕਿਸਾਨ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਰਿਹਾ, ਜਿਸ ਕਰਕੇ ਵੱਡਾ ਸੰਘਰਸ਼ ਪੰਜਾਬ ਦੇ ਕਿਸਾਨਾਂ ਨੇ ਬੀਤੇ ਦਿਨ ਕੀਤਾ। ਕਈ ਨੈਸ਼ਨਲ ਹਾਈਵੇ ਜਾਮ ਕੀਤੇ ਗਏ, ਔਰ ਬਿਆਸ ਦਰਿਆ ਦੇ ਪੁਲ 'ਤੇ ਧਰਨਾ ਲੱਗਿਆ, ਹਰੀਕੇ ਪੱਤਨ ਧਰਨਾ ਲੱਗਿਆ, ਕਿਉਂਕਿ ਕਿਸਾਨਾਂ ਦੀ ਜੋ ਰੋਜੀ ਰੋਟੀ ਹੈ, ਸਾਰਾ ਸਿਸਟਮ ਫਸਲ ਨਾਲ ਖੜ੍ਹਾ, ਫਸਲ ਜ਼ਮੀਨ 'ਤੇ ਖੜ੍ਹੀ ਹੈ, ਅਤੇ ਕੰਪਨੀਆਂ ਦੀ ਸਿੱਧੀ ਅੱਖ ਕਿਸਾਨਾਂ ਦੀ ਜ਼ਮੀਨ 'ਤੇ ਹੈ। ਕਿਉਂਕਿ ਇੱਦਾਂ ਦਾ ਜੋ ਬਿੱਲ ਹੈ MSP ਖਤਮ ਕਰਨ ਵਾਲਾ, ਉਹ ਪਹਿਲਾਂ ਬਿਹਾਰ 'ਚ ਇੱਦਾਂ ਦਾ ਕਾਨੂੰਨ ਇੱਕ ਲਾਗੂ ਹੋਇਆ ਸੀ ਜਿੱਥੇ MSP ਖਤਮ ਕੀਤੀ ਗਈ, ਅਤੇ ਬਿਹਾਰ ਜਾਂ ਉੱਥੋਂ ਦੇ ਕਿਸਾਨਾਂ ਦੀ ਜੋ ਹਾਲਤ ਹੈ ਤੁਸੀਂ ਆਪ ਦੇਖ ਸਕਦੇ ਹੋ ਕਿ ਉਹ ਕਿੰਨੇ ਕੁ ਖੁਸ਼ਹਾਲ ਹੋਏ ਨੇ। ਅਤੇ ਜੇ ਇੱਦਾਂ ਦਾ ਹੀ ਪੈਮਾਨਾ ਪੰਜਾਬ 'ਚ ਲਾਗੂ ਹੋ ਜਾਂਦਾ ਤਾਂ ਪੰਜਾਬ ਲਈ ਬੇਹੱਦ ਮਾਰੂ ਘਾਤਕ ਹੋਵੇਗਾ। ਜੇ ਅਸੀਂ ਅਸਾਮ ਦੀ ਚਾਹ ਪੱਤੀ ਦੀ ਗੱਲ ਕਰ ਲਈਏ, ਉੱਥੇ ਪਹਿਲਾਂ ਨੋਰਮਲ ਚਾਹ ਦੀ ਖੇਤੀ ਹੁੰਦੀ ਸੀ ਔਰ ਕਿਸਾਨ ਸਿੱਧੀ ਆਪਦੀ ਫਸਲ ਵੇਚਦੇ ਸੀਗੇ। ਬੇਸ਼ੱਕ ਉਹਨਾਂ ਕੋਲ ਕੋਈ ਫੂਡ ਪ੍ਰੋਸੈਸਿੰਗ ਯੂਨਿਟ ਨਹੀਂ ਸੀ, ਚਾਹ ਪੱਤੀ ਨੂੰ ਸਾਫ਼ ਜਾਂ ਪੈਕ ਕਰਨ ਦਾ ਪ੍ਰਬੰਧ ਨਹੀਂ ਸੀ, ਪਰ ਕਾਫੀ ਹੱਦ ਤੱਕ ਕੰਮਕਾਰ ਠੀਕ ਸੀ। ਹੁਣ ਜਦੋਂ ਦੀਆਂ ਅਸਾਮ 'ਚ ਪ੍ਰਾਈਵੇਟ ਕੰਪਨੀਆਂ ਗਈਆਂ ਤਾਂ ਚਾਹ ਦੇ ਪੈਕਟ ਤਰ੍ਹਾਂ ਤਰ੍ਹਾਂ ਦੇ ਰੰਗੀਨ ਬਣਾ ਕੇ ਵਿਦੇਸ਼ਾਂ ਤੱਕ ਵਿਕ ਰਹੇ ਆ, ਪਰ ਅਸਾਮ ਦਾ ਜੋ ਕਿਸਾਨ ਹੈ ਉਹ ਲਗਾਤਾਰ ਥੱਲੇ ਜਾ ਰਿਹਾ। ਸੋ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਇਹ ਜੋ ਬਿੱਲ ਨੇ ਇਹ ਇੱਕਦਮ ਤਾਂ ਭਾਵੇਂ ਅਸਰ ਨਹੀਂ ਕਰਨਗੇ ਹਜੇ ਕਈ ਸਾਲ, ਪਰ ਆਉਣ ਵਾਲੇ ਸਮੇਂ 'ਚ ਤਰ੍ਹਾਂ ਤਰ੍ਹਾਂ ਦੀਆਂ ਇਹੋ ਜਿਹੀਆਂ ਨੀਤੀਆਂ ਲਿਆਂਦੀਆਂ ਜਾਣਗੀਆਂ ਜਿਹਦੇ ਕਰਕੇ ਕਿਸਾਨ ਮਜਬੂਰ ਹੋਊਗਾ ਪ੍ਰਾਈਵੇਟ ਕੰਪਨੀ ਨੂੰ, ਪ੍ਰਾਈਵੇਟ ਵਪਾਰੀ ਨੂੰ ਆਪਣੀ ਫਸਲ ਵੇਚਣ ਲਈ। ਅਤੇ ਔਰ ਜੋ ਫਸਲ ਵਿਕੇਗੀ ਉਹ ਭਾਅ ਕਿਸਾਨ ਨਹੀਂ ਲਾਵੇਗਾ, ਉਹ ਕੰਪਨੀ ਲਾਵੇਗੀ। ਅਤੇ ਪੰਜਾਬ ਦਾ ਕਿਸਾਨ ਇੰਨੇ ਜੋਗਾ ਹੈ ਨਹੀਂ ਕਿ 10 ਦਿਨ ਮੰਡੀ 'ਚ ਬਹਿ ਕੇ ਇਸ ਗੱਲ ਦੀ ਵੇਟ ਕਰੇ ਕਿ ਭਾਅ ਕਦੋਂ ਵਧੂਗਾ। ਉਹਨੇ ਆਪਣਾ ਕੰਮਕਾਰ ਚਲਾਉਣਾ। ਪੰਜਾਬ ਦੇ ਸਿਰ, ਕਿਸਾਨਾਂ ਸਿਰ ਪਹਿਲਾਂ ਹੀ ਬਹੁਤ ਵੱਡਾ ਕਰਜ਼ਾ, ਨਾ ਸਿਰਫ ਕਿਸਾਨਾਂ ਸਿਰ 'ਤੇ ਹੈ, ਪੰਜਾਬ ਸਰਕਾਰ ਸਿਰ 2.5 ਲੱਖ ਕਰੋੜ ਦਾ ਕਰਜ਼ਾ। ਅਜਿਹੇ ਵਿੱਚ ਇਹ ਬਿੱਲ ਪੰਜਾਬ ਲਈ ਬੇਹੱਦ ਮਾਰੂ ਘਾਤਕ ਹੋਣਗੇ। ਲੋੜ ਤਾਂ ਇਹ ਸੀ ਕਿ ਪੰਜਾਬ ਨੂੰ ਫਸਲੀ ਵਿਭਿੰਨਤਾ ਹੇਠ ਲਿਆਂਦਾ ਜਾਂਦਾ, ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦੇ ਚੱਕਰਾਂ 'ਚੋਂ ਕੱਢਿਆ ਜਾਂਦਾ। ਹਰ ਸਾਲ ਸਰਕਾਰ, ਕੇਂਦਰ ਹੋਵੇ, ਪੰਜਾਬ ਹੋਵੇ, ਖੇਤੀਬਾੜੀ ਯੂਨੀਵਰਸਿਟੀਆਂ ਹੋਣ, ਇਸ ਗੱਲ ਦਾ ਤਾਂ ਰੌਲਾ ਪੈਂਦਾ ਕਿ ਪਾਣੀ ਦਾ ਪੱਧਰ ਥੱਲੇ ਜਾ ਰਿਹਾ।
ਝੋਨਾ ਲਗਾਤਾਰ ਪੰਜਾਬ ਨੂੰ ਖਤਮ ਕਰ ਰਿਹਾ, ਪਾਣੀ ਖਤਮ ਹੋ ਰਿਹਾ ਜੀ। ਪਰ ਅਜੇ ਤੱਕ ਇਸ ਗੱਲ ਦਾ ਹੱਲ ਨਾ ਤਾਂ ਕੇਂਦਰ ਨੇ ਦਿੱਤਾ, ਨਾ ਪੰਜਾਬ ਸਰਕਾਰ ਨੇ ਦਿੱਤਾ ਕਿ ਝੋਨੇ ਦੀ ਜਗ੍ਹਾ ਪੰਜਾਬ ਕਿਹੜੀ ਫਸਲ ਲਗਾਉਣ। ਜੇ ਕਿਸੇ ਕਿਸਾਨਾਂ ਨੇ ਦੁਆਬਾ ਖੇਤਰ 'ਚ ਗੰਨੇ ਦੀ ਕਾਸ਼ਤ ਕੀਤੀ ਵੀ ਹੈ ਤਾਂ ਤੁਸੀਂ ਉਹਨਾਂ ਦੇ ਘਰ ਘਰ ਜਾ ਕੇ ਪੁੱਛ ਸਕਦੇ ਹੋ ਉਹਨਾਂ ਨੂੰ ਕਿੰਨੇ ਕੁ ਪੈਸੇ ਬਚੇ ਆ। ਪਹਿਲਾਂ ਉਹਨਾਂ ਦੀ ਖੱਜਲ ਖੁਆਰੀ ਖੰਡ ਮਿੱਲਾਂ 'ਚ ਹੁੰਦੀ ਹੈ, ਉਹਨਾਂ ਦੀ ਪਰਚੀ ਕੱਟੀ ਜਾਂਦੀ ਹੈ, ਕਾਟ ਕੱਟੀ ਜਾਂਦੀ ਹੈ, ਅਤੇ ਕਈ ਮਹੀਨੇ ਉਹਨਾਂ ਨੂੰ ਮਿੱਲ ਵਾਲੇ ਪੇਮੈਂਟ ਨਹੀਂ ਕਰਦੇ। ਮਿੱਲ ਵਾਲੇ ਕਹਿੰਦੇ ਸਾਨੂੰ ਸਰਕਾਰ ਨਹੀਂ ਪੈਸਾ ਦਿੰਦੀ। ਅਤੇ ਕਿਤੇ ਨਾ ਕਿਤੇ ਇਕੱਲੇ ਕਿਸਾਨ ਜ਼ਿੰਮੇਵਾਰ ਨਹੀਂ ਹੈ ਜੋ ਕੁਛ ਵੀ ਹੋ ਰਿਹਾ, ਇਹ ਸਾਰੇ ਪਿੱਛੇ ਰਾਜਨੀਤਿਕ ਇੱਛਾ ਦੀ ਘਾਟ ਹੈ। ਅੱਜ ਤੱਕ ਕਿੰਨੀਆਂ ਸਰਕਾਰਾਂ ਪੰਜਾਬ 'ਚ ਰਹੀਆਂ, 70 ਸਾਲ ਤੋਂ ਵੱਧ ਦਾ ਸਮਾਂ ਸਾਡੇ ਦੇਸ਼ ਆਜ਼ਾਦ ਹੋਏ ਨੂੰ ਹੋ ਗਿਆ, ਅਤੇ ਰੌਲਾ ਇਹੀ ਪਾਇਆ ਜਾਂਦਾ ਕਿ ਪੰਜਾਬ ਦਾ ਕਿਸਾਨ ਤੀਜੀ ਫਸਲ ਨਹੀਂ ਬੀਜਦਾ। ਕੋਈ ਇੱਕ ਸਰਕਾਰ, ਇੱਕ ਮੁੱਖ ਮੰਤਰੀ 70 ਸਾਲਾਂ 'ਚ ਤੀਜੀ ਫਸਲ ਵਿਕਸਿਤ ਕਰਕੇ ਪੰਜਾਬ ਨੂੰ ਦੇ ਨਹੀਂ ਸਕਿਆ। ਇਹ ਕੌੜੀ ਸੱਚਾਈ ਹੈ। ਚਾਹੇ ਅਕਾਲੀ ਹੈ, ਚਾਹੇ ਕਾਂਗਰਸੀ ਹੈ, ਕਿਹੜਾ ਮੁੱਖ ਮੰਤਰੀ ਹੈ ਜਿਸ ਨੇ ਇਸ ਪ੍ਰੋਪਰ ਵਿਜ਼ਨ 'ਤੇ ਕੰਮ ਕੀਤਾ ਹੋਵੇ ਕਿ ਅਸੀਂ ਮੱਕੀ ਨੂੰ ਉਤਸ਼ਾਹਿਤ ਕਰਨਾ, ਸਬਜ਼ੀਆਂ ਨੂੰ ਉਤਸ਼ਾਹਿਤ ਕਰਨਾ। ਹਰ ਸਾਲ ਕਿਸਾਨ ਮੇਲਿਆਂ 'ਚ ਰੌਲਾ ਪਾਇਆ ਜਾਂਦਾ ਯੂਨੀਵਰਸਿਟੀਆਂ ਵੱਲੋਂ ਕਿ ਤੁਸੀਂ ਸਬਜ਼ੀਆਂ ਉਗਾ ਲਓ, ਤੁਸੀਂ ਆਹ ਕਰ ਲਓ। ਪਰ ਦੱਸੋ, ਜਿਹੜੇ ਕਿਸਾਨ ਗੰਨਾ ਬੀਜਦੇ ਉਹਨਾਂ ਨੂੰ ਗੰਨੇ ਦਾ ਭਾਅ ਨਹੀਂ ਮਿਲ ਰਿਹਾ। ਜੇ ਕਿਸੇ ਨੇ ਮਾੜੀ ਮੋਟੀ ਸੂਰਜਮੁਖੀ ਦੀ ਖੇਤੀ ਕੀਤੀ ਉਹਨੂੰ ਨਹੀਂ ਕਿਸੇ ਨੇ ਪੁੱਛਿਆ। ਪੰਜਾਬ ਦੀ ਮਾਲਵਾ ਪੱਟੀ 'ਚ ਨਰਮਾ ਇੰਨੀ ਵੱਡੀ ਜੋ ਉਪਜ ਕਰਦਾ ਸੀਗਾ, ਉੱਥੇ ਚਿੱਟੀ ਮੱਖੀ ਦਾ ਹਮਲਾ ਹੋਇਆ, ਉਦੋਂ ਕਿਸਾਨਾਂ ਦੀ ਬਾਂਹ ਨਹੀਂ ਫੜੀ ਗਈ। ਅਤੇ ਨਰਮਾ ਕਿਸ ਹੱਦ ਤੱਕ ਰੁਲਦਾ ਇਹ ਪੰਜਾਬ ਦਾ ਮਾਲਵਾ ਖੇਤਰ ਚੰਗੀ ਤਰ੍ਹਾਂ ਜਾਣਦਾ। ਬਠਿੰਡਾ ਕੋਟਕਪੂਰਾ ਏਰੀਏ 'ਚ ਪਹਿਲਾਂ ਵੱਡੀ ਗਿਣਤੀ 'ਚ ਕਿਸਾਨ ਨਰਮਾ ਬੀਜਦੇ ਸੀਗੇ, ਉਹਨਾਂ ਦੀ ਹਾਲਤ ਕੀ ਹੈ। ਕਹਿਣ ਦਾ ਭਾਵ ਕਿ ਕਿਸੇ ਵੀ ਸਰਕਾਰ ਨੇ ਪੰਜਾਬ ਦੀ ਸਾਰ ਨਹੀਂ ਲਈ ਦਿਲੋਂ, ਸਿਰਫ ਰਾਜਨੀਤਿਕ ਚਮਕਾਉਣ ਦੀ ਗੱਲ ਹੋਈ ਹੈ। ਆਪਦੀ ਰਾਜਨੀਤੀ ਕੀਤੀ ਹੈ, ਰਾਜਨੀਤੀ ਦੇ ਨਾਂ 'ਤੇ ਆਪਣੀਆਂ ਰੋਟੀਆਂ ਸੇਕੀਆਂ। ਸਿਰਫ ਇਹੀ ਵੇਖਿਆ ਕਿਸਾਨਾਂ ਨੂੰ ਕਿ ਵੋਟ ਬੈਂਕ ਕਿੱਧਰ ਹੈ, ਕਿਸਾਨਾਂ ਦੀ ਵੋਟ ਕਿਵੇਂ ਲਈ ਜਾਵੇ। ਅਸੀਂ ਤੁਹਾਨੂੰ ਮੁਫਤ ਬਿਜਲੀ ਦੇ ਦਿਆਂਗੇ, ਮੁਫਤ ਆਟਾ ਦਾਲ ਦੇ ਦਿਆਂਗੇ, ਮੁਫਤ ਲੈਪਟਾਪ ਦੇ ਦਿਆਂਗੇ, ਹੁਣ ਮੁਫਤ ਫੋਨ ਦੇ ਦਿਆਂਗੇ। ਪਰ ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਤੁਹਾਨੂੰ ਤੀਜੀ ਚੰਗੀ ਫਸਲ ਦੇਵਾਂਗੇ। ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਤੁਹਾਡੇ ਧੀਆਂ ਪੁੱਤਾਂ ਨੂੰ ਰੁਜ਼ਗਾਰ ਦੇਵਾਂਗੇ। ਕਿਸੇ ਨੇ ਇਹ ਨਹੀਂ ਕਿਹਾ ਕਿ ਅਸੀਂ ਕਿੱਤਿਆਂ ਮੁਖੀ ਸਿੱਖਿਆ ਦੇ ਕੇ, ਉਹਨਾਂ ਨੂੰ ਸਿਖਲਾਈ ਦੇ ਕੇ ਘਰ ਘਰ ਦਾ ਬਿਜ਼ਨਸ ਪਿਤਾ ਪੁਰਖੀ ਕਿੱਥਾ ਕੋਈ ਸ਼ੁਰੂ ਕਰਵਾ ਦਿਆਂਗੇ। ਸਿਰਫ ਪੰਜਾਬ ਦੇ ਲੋਕਾਂ ਨੂੰ ਉਲਝਾਇਆ ਗਿਆ ਲਾਰਿਆਂ ਦੇ ਨਾਂ 'ਤੇ। ਔਰ 75 ਸਾਲ ਬੀਤ ਗਏ ਦੇਸ਼ ਦੀ ਆਜ਼ਾਦੀ ਨੂੰ, ਅਤੇ ਅੱਜ ਵੀ 2022 ਦੇ ਇਲੈਕਸ਼ਨ ਆ ਰਹੇ ਆ, ਅਤੇ ਵੋਟਾਂ ਸਾਡੇ ਪਿੰਡਾਂ ਦੀਆਂ ਕਿਹੜੇ ਨਾਮ 'ਤੇ ਮੰਗੀਆਂ ਜਾਣਗੀਆਂ। ਅਸੀਂ ਤੁਹਾਡੀਆਂ ਗਲੀਆਂ ਪੱਕੀਆਂ ਕਰਾ ਦਿਆਂਗੇ, ਅਸੀਂ ਤੁਹਾਡੀਆਂ ਨਾਲੀਆਂ ਪੱਕੀਆਂ ਕਰਾ ਦਿਆਂਗੇ। ਜੇ ਤੁਸੀਂ 70 ਸਾਲਾਂ 'ਚ ਲੋਕਾਂ ਨੂੰ ਗਲੀਆਂ ਨਾਲੀਆਂ 'ਚੋਂ ਨਹੀਂ ਕੱਢ ਸਕੇ, ਅਤੇ ਹੋਰ ਤੁਸੀਂ ਉਹ ਰਾਜਨੀਤਿਕ ਲੋਕਾਂ ਤੋਂ ਕੀ ਉਮੀਦ ਕਰਦੇ। ਅਤੇ ਪਿੰਡਾਂ ਦੇ ਲੋਕਾਂ ਨੂੰ ਵੀ ਇਹ ਸੋਚਣ ਦੀ ਲੋੜ ਹੈ ਕਿ ਘੱਟੋ ਘੱਟ ਉਹ ਆਪਣੇ ਪਿੰਡ ਦਾ ਪੈਸਾ ਬਾਹਰ ਨਾ ਜਾਣ ਦੇਣ। ਬਾਹਰ ਨਾ ਜਾਣ ਦੇਣ ਦਾ ਮਤਲਬ ਇਹ ਹੈ ਕਿ ਪਿੰਡ ਦਾ ਪੈਸਾ ਪਿੰਡ 'ਤੇ ਲੱਗੇ। ਕੋਈ ਵੀ ਸਾਂਝਾ ਪ੍ਰੋਗਰਾਮ ਹੁੰਦਾ ਉਸ ਵਿੱਚ ਜੋ ਵੀ ਪੈਸਾ ਇਕੱਠਾ ਹੁੰਦਾ ਉਹ ਪਿੰਡ ਦੇ ਵਿਕਾਸ 'ਤੇ ਲਾਉਣ। ਜੇ 70 ਸਾਲਾਂ 'ਚ ਨਹੀਂ ਨਾ ਉਹ ਤੁਹਾਡਾ ਪਿੰਡ ਸਵਾਰ ਸਕੇ ਤਾਂ ਸਵਾਰਨਾ ਉਹਨਾਂ ਨੇ ਅੱਗੇ ਵੀ ਨਹੀਂ ਹੈ। ਹੁਣ ਪੰਜਾਬ ਨੂੰ ਜਾਗਣ ਦੀ ਲੋੜ ਹੈ ਕਿ ਪੰਜਾਬ ਨੂੰ ਸਾਂਭਣਾ ਕਿਵੇਂ ਹੈ। ਅਸੀਂ ਆਪਦੇ ਪਿੰਡ ਵਿੱਚ 4-4 5-5 ਧਾਰਮਿਕ ਸਥਾਨ ਬਣਾਏ ਆ, ਅਤੇ ਉਹ ਹਰ ਇੱਕ ਧਾਰਮਿਕ ਸਥਾਨ ਦੀ ਬਿਲਡਿੰਗ ਲਗਾਤਾਰ ਹਰ ਸਾਲ ਤਾਂ ਨੂੰ ਜਾ ਰਹੀ ਹੈ। ਅਤੇ ਸਕੂਲ ਦੀ ਆਪਦੇ ਪਿੰਡ ਦੀ ਕਦੇ ਬਿਲਡਿੰਗ ਦੇਖਿਓ ਜਿੱਥੇ ਸਾਡੇ ਜਵਾਕਾਂ ਨੇ ਪੜ੍ਹਨਾ। ਕਦੇ ਆਪਦੀ ਪਿੰਡ ਦੀ ਡਿਸਪੈਂਸਰੀ ਦਾ ਹਾਲ ਦੇਖਿਓ ਜਿੱਥੇ ਤੁਹਾਡਾ ਇਲਾਜ ਹੋਣਾ। ਜੇ ਕੋਈ ਚੰਗਾ ਕੰਮਕਾਰ ਕਰਦਾ ਉਹਦੀਆਂ ਅਸੀਂ ਪਿੰਡ 'ਚ ਲੱਤਾਂ ਨਾ ਖਿੱਚੀਏ। ਔਰ ਪਰ ਸਾਡੀ ਰਾਜਨੀਤੀ ਇਸ ਹੱਦ ਤੱਕ ਹਾਵੀ ਹੈ, ਅਸੀਂ ਹਰ ਸਾਲ 5 ਸਾਲਾਂ ਬਾਅਦ ਭੁੱਲ ਜਾਂਦੇ ਹਾਂ ਕਿ ਕਿਹੜੀ ਪਾਰਟੀ ਨੇ ਸਾਡੇ ਨਾਲ ਕੀ ਸਲੂਕ ਕੀਤਾ, ਅਤੇ ਉਸੇ ਪਾਰਟੀ ਦਾ ਝੰਡਾ ਅਸੀਂ ਮੋਟਰਸਾਈਕਲ ਕਾਰ 'ਤੇ ਲਾ ਕੇ ਰੋਡ ਸ਼ੋਅ ਦਾ ਹਿੱਸਾ ਬਣਦੇ ਹਾਂ। ਉਸੇ ਪਾਰਟੀ ਨੂੰ ਵੋਟ ਪਾ ਕੇ 5 ਸਾਲ ਉਸੇ ਪਾਰਟੀ ਨੂੰ ਗਾਲਾਂ ਕੱਢਦੇ ਹਾਂ। ਹੁਣ ਇਹ ਖੇਤੀ ਬਿੱਲਾਂ ਤੋਂ ਬਾਅਦ ਪੰਜਾਬ ਨੂੰ, ਪੰਜਾਬ ਦੇ ਹਰ ਇੱਕ ਬਸ਼ਿੰਦੇ ਨੂੰ, ਹਰ ਇੱਕ ਨੌਜਵਾਨ ਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਕੀ ਕਰਨਾ। ਆਖਰ ਸਾਡੇ ਤੋਂ ਕਮੀ ਕੀ ਰਹਿ ਗਈ। ਹਰ ਇੱਕ ਚੀਜ਼ ਸਾਡੇ ਤੋਂ ਖੋਈ ਗਈ ਹੈ। ਪੰਜਾਬ ਦਾ ਪਾਣੀ ਖੋਇਆ ਗਿਆ, ਰਾਜਧਾਨੀ ਖੋਈ ਗਈ, ਪੰਜਾਬ ਦੀ ਬੋਲੀ ਖੋਈ ਗਈ। ਹੁਣ ਇੱਕੋ ਇੱਕ ਪੰਜਾਬ ਦੀ ਮਾਂ ਜਾਣੀ ਕਿ ਜ਼ਮੀਨ ਬਚੀ ਸੀ ਜਿਹਨੂੰ ਖੂਨ ਦੀ ਲਗਭਗ ਤਿਆਰੀ ਹੋ ਚੁੱਕੀ ਹੈ, ਉਹਦੀ ਨੀਂਹ ਰੱਖੀ ਜਾ ਚੁੱਕੀ ਹੈ। 2022 'ਚ ਇਹ ਸਾਰੀਆਂ ਪਾਰਟੀਆਂ ਤੁਹਾਡੇ ਕੋਲ ਆਉਣਗੀਆਂ। ਹਰ ਇੱਕ ਨੇ ਆਪਣੀ ਨੀਤੀ ਅਨੁਸਾਰ ਵੋਟ ਮੰਗਣੀ ਹੈ। ਕਾਂਗਰਸ ਵਾਲੇ ਕਹਿਣਗੇ ਬਿੱਲ ਅਸੀਂ ਨਹੀਂ ਪਾਸ ਕਰਾਇਆ, ਕਾਂਗਰਸੀ ਅਕਾਲੀ ਕਹਿਣਗੇ ਅਸੀਂ ਵਿਰੋਧ ਕੀਤਾ ਸੀ, ਆਪ ਵਾਲੇ ਕੁਛ ਹੋਰ ਕਹਿਣਗੇ। ਸੋਚਣਾ ਤੁਸੀਂ ਹੈ ਕਿ ਤੁਸੀਂ ਕੀ ਚਾਹੁੰਦੇ ਹੋ। ਪੰਜਾਬ ਦਾ ਨੌਜਵਾਨ ਲਗਾਤਾਰ ਬਾਹਰ ਜਾ ਰਿਹਾ, ਉਹਦੀ ਆਪਣੀ ਮਜਬੂਰੀ ਹੈ ਕਿਉਂਕਿ ਉਸਨੂੰ ਦੇਖ ਰਿਹਾ। ਹੁਣ ਜਿਹੜੇ ਉਹਨਾਂ ਲੋਕਾਂ ਲਈ ਵੀ ਇਹ ਸਵਾਲ ਖੜ੍ਹਾ ਹੋ ਗਿਆ ਸੀ ਜਿਹੜੇ ਕਹਿੰਦੇ ਸੀ ਕਿ ਪੰਜਾਬ ਦੇ ਨੌਜਵਾਨ ਖੇਤੀ ਕਿਉਂ ਨਹੀਂ ਕਰਦੇ, ਉਹ ਖੁਦ ਇਸ ਗੱਲ ਦਾ ਜਵਾਬ ਆਪਣੇ ਆਪ ਤੋਂ ਪੁੱਛਣ ਕਿ ਹੁਣ ਖੇਤੀ ਦੇ ਪੱਖੋਂ ਪੰਜਾਬ 'ਚ ਬਚਿਆ ਕੀ ਹੈ। ਠੀਕ ਆ, ਜਿਹੜੇ ਵੱਡੇ ਕਿਸਾਨ ਆ ਜਿਹਦੇ ਕੋਲੇ 40-50 ਕਿੱਲਿਆਂ ਦਾ ਟੱਕ ਹੈਗਾ,
ਉਹਦਾ ਪੁੱਤਰ ਰੋਜੀ ਰੋਟੀ ਖਾ ਸਕਦਾ, ਘਰੇ ਬੈਠਾ ਖਾ ਸਕਦਾ, ਮਿਹਨਤ ਕਰ ਸਕਦਾ। ਜੋ ਮਿਡਲ ਕਲਾਸ ਫਾਰਮਰ ਹੈ 2.5 ਕਿੱਲਿਆਂ ਵਾਲਾ, ਪੰਜਾਬ 'ਚ ਜੋ ਮਿਡਲ ਕਲਾਸ ਫਾਰਮਰ ਨੇ 5 ਕਿੱਲਿਆਂ ਤੋਂ ਘੱਟ ਵਾਲੇ ਉਹ 75% ਨੇ, ਉਹ ਹੁਣ ਰੋਜੀ ਰੋਟੀ ਕਿਵੇਂ ਚਲਾਉਣਗੇ। ਜੇਕਰ ਗੱਲ ਕਰੀਏ ਅਸੀਂ ਪੰਜਾਬ ਦੇ ਲੋਕਾਂ ਦੀ ਸੋਚਣ ਸ਼ਕਤੀ ਦੀ, ਕਿਤੇ ਨਾ ਕਿਤੇ ਕਮੀ ਉੱਥੇ ਨਜ਼ਰ ਆਉਂਦੀ ਹੈ ਕਿ 70 ਸਾਲਾਂ 'ਚ ਅਸੀਂ ਸਰਕਾਰ ਤੋਂ ਮੰਗਿਆ ਕੀ ਹੈ। ਉਹ ਸਾਨੂੰ ਆਟਾ ਦਾਲ 'ਤੇ ਵਰਾ ਲੈਂਦੇ ਨੇ। ਸਿਰਫ ਪੰਜਾਬ ਦੇ ਨੌਜਵਾਨਾਂ ਨੂੰ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਬਾਹਰ ਭੇਜਿਆ ਜਾਵੇ, ਆਈਲੈਟਸ ਕਰਾਈ ਜਾਵੇ। ਇੱਥੋਂ ਤੱਕ ਕਿ ਸਰਕਾਰੀ ਐਲਾਨ ਹੋ ਗਏ ਕਿ ਸਰਕਾਰ ਆਈਲੈਟਸ ਦਾ ਪੇਪਰ ਕਰਾਊਗੀ, ਕੋਚਿੰਗ ਸੈਂਟਰ ਖੋਲ੍ਹੂਗੀ। ਅੱਜ ਤੱਕ ਲੋਕਾਂ ਨੇ ਕਿਉਂ ਨਹੀਂ ਪੁੱਛਿਆ ਕਿ ਭਾਈ ਅਸੀਂ ਆਪਦੇ ਧੀ ਪੁੱਤ ਨੂੰ ਬਾਹਰ ਨਹੀਂ ਭੇਜਣਾ, ਸਾਨੂੰ ਉਹਨਾਂ ਲਈ ਇੱਥੇ ਨੌਕਰੀ ਚਾਹੀਦੀ ਹੈ। ਸੱਥਾਂ 'ਚ ਲੀਡਰ ਆਉਂਦੇ, ਅਸੀਂ ਤਾੜੀਆਂ ਮਾਰ ਕੇ ਜੈਕਾਰੇ ਛੱਡ ਕੇ ਆ ਜਾਂਦੇ ਹਾਂ। ਅਸੀਂ ਤਾਂ ਅੱਜ ਤੱਕ ਉਹਨਾਂ ਨੂੰ ਸਵਾਲ ਕਿਉਂ ਨਹੀਂ ਪੁੱਛਿਆ। ਖੈਰ, ਹੁਣ ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਪਰ ਇੱਕ ਜ਼ਰੂਰ ਅਪੀਲ ਅਤੇ ਬੇਨਤੀ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਹੈ, ਉਹ ਘੱਟੋ ਘਾਟ ਆਪਣੇ ਅੰਦਰ ਝਾਤ ਜ਼ਰੂਰ ਮਾਰਨ ਕਿ ਹਰ ਇੱਕ ਚੀਜ਼ ਸਾਡੇ ਹੱਥੋਂ ਖੁੱਸਦੀ ਜਾ ਰਹੀ ਹੈ, ਕਮੀ ਆਖਰ ਕਿੱਥੇ ਹੈ। ਪੰਜਾਬ ਦਾ ਨੌਜਵਾਨ ਜੋ ਵੱਖ-ਵੱਖ ਗਾਉਣ ਵਾਲਿਆਂ ਨੂੰ ਆਪਣੇ ਉਸਤਾਦ ਮੰਨੀ ਬੈਠਾ, ਉਹ ਵੀ ਅੱਜ ਇਸ ਮਾਮਲੇ 'ਤੇ ਚੁੱਪ ਨੇ। 1-2 ਸਿੰਗਰਾਂ ਨੂੰ ਛੱਡ ਕੇ ਜੋ ਆਪਣੇ ਆਪ ਨੂੰ ਪੰਜਾਬੀਆਂ ਦਾ ਮਾਣ ਕਹਾਉਂਦੇ ਆ, ਟਿੱਬਿਆਂ ਦੇ ਪੁੱਤ ਕਹਾਉਂਦੇ ਆ, ਉਹ ਇਸ ਮਾਮਲੇ 'ਤੇ ਬੋਲੇ ਤੱਕ ਨਹੀਂ, ਜਿਨ੍ਹਾਂ ਮਗਰ ਤੁਸੀਂ ਟਰਾਲੀਆਂ ਗੱਡੀਆਂ ਭਰ ਖਾੜੇ ਸੁਣ ਜਾਂਦੇ ਹੋ। ਸੋ ਅਜੇ ਵੀ ਵੇਲਾ ਹੈ, ਅਸੀਂ ਆਪਣੀ ਸੋਚਣ ਸ਼ਕਤੀ ਨੂੰ ਵਧਾਈਏ। ਅਸੀਂ ਲੀਡਰਾਂ ਤੋਂ ਮੰਗਣਾ ਕੀ ਹੈ, ਸਰਕਾਰਾਂ ਤੋਂ ਮੰਗਣਾ ਕੀ ਹੈ, ਇਸ ਗੱਲ ਬਾਰੇ ਸੋਚੀਏ। ਆਟਾ ਦਾਲ, ਲੈਪਟਾਪ, ਫੋਨਾਂ 'ਚ ਉਲਝ ਕੇ ਨਾ ਰਹਿ ਜਾਈਏ। ਖੈਰ, ਹੁਣ ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਅਗਲੇ ਹਫ਼ਤੇ ਨਵਾਂ ਐਪੀਸੋਡ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਨਿਰਪੱਖਤਾ ਨਾਲ, ਇਮਾਨਦਾਰੀ ਨਾਲ ਆਮ ਲੋਕਾਂ ਦਾ ਪੱਖ, ਆਮ ਕਿਸਾਨ, ਪੰਜਾਬੀ ਦਾ ਪੱਖ ਤੁਹਾਡੇ ਰੂਬਰੂ ਕੀਤਾ ਜਾਵੇ। ਹੁਣ ਦਿਓ ਆਗਿਆ। ਧੰਨਵਾਦ।